ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾ। ਮੁਹੱਬਤ ਜਿਸ ਖੁਦਾਈ ਦੀ, ਰਤਾ ਰੰਗ ਚਲੂਲ। ਨਾਨਕ ਵਿਰਲੇ ਪਾਈਆ ਹੈ, ਤਿਸ ਜਨ ਕੀਮ ਨਾ ਮੂਲ। ਮੁਹੱਬਤ ਜਿਸ ਖੁਦਾਈ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੀ ਰਚਨਾਹਾਰ, ਜਿਨ੍ਹਾਂ ਦਾ ਅੱਜ ਪਵਿੱਤਰ ਸ਼ਹੀਦੀ ਦਿਹਾੜਾ ਹੈ। ਰਾਮਗੜ੍ਹ ਕੀ ਵਾਰ ਮਹੱਲਾ ਪੰਜਵਾ। ਸਰਲੇਖ ਹੇਠ ਸਤਿਗੁਰੂ ਅਰਜਨ ਦੇਵ ਜੀ ਰਾਮਗਲੀ ਦੀ ਦੂਸਰੀ ਵਾਰ ਵਿੱਚ ਇਹ ਪਾਵਨ 22ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਮੁਹੱਬਤ ਜਿਸ ਖੁਦਾਈ ਦੀ, ਜਿਸ ਨੂੰ ਖੁਦਾ ਪਰਮੇਸ਼ਰ ਦੀ ਮੁਹੱਬਤ ਪ੍ਰੀਤੀ ਹੈ। ਰਤਾ ਰੰਗ ਚਲੂਲ, ਉਹ ਪ੍ਰੇਮ ਰੂਪ ਗਾੜੇ ਰੰਗ ਵਿੱਚ ਮਨ ਤਨ ਸਰੀਰ ਕਰਕੇ ਰੰਗਿਆ ਗਿਆ ਹੈ। ਨਾਨਕ ਵਿਰਲੇ ਪਾਈਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰੀਤੀ ਵਾਲੇ ਪੁਰਖ ਕਰੋੜਾਂ ਦੇ ਵਿੱਚ ਵਿਰਲੇ ਟਾਵੇਂ ਹੀ ਪਾਈ ਦੇ ਲੱਭੀ ਦੇ ਹਨ। ਇਸ ਜਨ ਕੀ ਮਨਾ ਮੂਲ, ਅਤੇ ਉਹਨਾਂ ਮੁਹੱਬਤ ਵਾਲੇ ਪੁਰਖਾਂ ਦੀ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇ ਇਸ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨਾ ਨਾਮ ਤੇ ਪੋਏ ਭਾਰਤੀ ਹੈ। ਐਸੇ ਜਿਹੜੇ ਪੁਰਖ ਹਨ, ਉਹਨਾਂ ਦੀ ਮੂਲਕਾ ਕਦਾਚਿਤ ਵੀ ਕੋਈ ਕੀਮਤ ਨਹੀਂ ਪਾ ਸਕਦਾ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਲੋਕ ਉਚਾਰ ਰਹੇ ਨੇ। ਅੰਦਰ ਵਿਦਾ ਸਚ ਨਾਇ, ਜਿਨ੍ਹਾਂ ਦਾ ਮਨ ਅੰਦਰੋਂ ਸੱਚੇ ਨਾਮ ਦੇ ਵਿੱਚ ਬੰਨਿਆ ਗਿਆ, ਮਿਲਿਆ ਹੋਇਆ ਹੈ। ਬਾਹਰ ਵੀ ਸੱਚ ਡਿਠੋ ਮਾ, ਉਹ ਬਾਹਰੋਂ ਵੀ ਸੱਚੇ ਪਰਮੇਸ਼ਰ ਨੂੰ ਹੀ ਵੇਖਣਾ ਕਰਦੇ ਹਨ।
ਰਵਿਆ ਹਬ ਥਾਈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਮਿਲਿਆ ਹੋਇਆ ਹੈ। ਵਣ ਤ੍ਰਿਣ ਤ੍ਰਿਭਵਨ ਰੋਮ। ਵਣ ਜੰਗਲ, ਤ੍ਰਿਣ ਕੱਖਾ ਤੇ ਤ੍ਰਿਭਵਨ, ਤਿੰਨਾਂ ਭਵਨਾਂ ਵਿੱਚ ਰਹਿਣ ਵਾਲੇ ਜੀਵਾਂ ਦੇ ਰੋਮ ਰੋਮ ਦੇ ਵਿੱਚ, ਜਾਂ ਤਿੰਨੇ ਭਵਨਾਂ ਦੇ ਰੋਮ ਰੋਮ ਦੇ ਵਿੱਚ ਅਤੇ ਸਾਰੇ ਥਾਵਾਂ ਵਿੱਚ ਪਰਮੇਸ਼ਰ ਮਿਲਿਆ ਹੋਇਆ, ਵਿਆਪਕ ਰੰਗਿਆ ਹੋਇਆ ਹੈ। ਇਸੇ ਪ੍ਰਕਾਰ ਵਣ ਤ੍ਰਿਣ ਤ੍ਰਿਭਵਨ ਰੋਮ। ਵਣ ਦੀ ਤਰ੍ਹਾਂ ਅੰਤःਕਰਨ, ਤ੍ਰਿਣ ਕੱਖਾਂ ਦੀ ਤਰ੍ਹਾਂ ਇੰਦਰੀਏ, ਤ੍ਰਿਭਵਨ ਤਿੰਨੇ ਜਾਗਰਤ ਸੁਪਨ ਸੁਖੋਪਤ ਵਿੱਚ, ਅਤੇ ਰੋਮ ਰੋਮ ਦੇ ਵਿੱਚ ਨਾਨਕ ਰਵਿਆ ਹਬ ਥਾਏ। ਸਾਰੇ ਥਾਵਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਮਹਾਰਾਜ ਕਥਨ ਕਰਦੇ ਕਿ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕੀਤਾ ਹੈ। ਜਦ ਉਚਾਰਿਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਣ ਕਣ ਵਿੱਚੋਂ ਲੱਭ ਗਏ, ਉਹਨਾਂ ਦੇ ਦਰਸ਼ਨ ਹੋ ਗਏ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਆਪੇ ਕੀਤੋ ਰਚਨਾ। ਹੇ ਪਰਮੇਸ਼ਰ, ਤੂੰ ਆਪ ਹੀ ਪੰਜਾਂ ਤੱਤਾਂ ਦੁਆਰਾ ਸੰਸਾਰ ਨੂੰ ਰਚਨਾ ਕੀਤਾ ਹੈ। ਆਪੇ ਹੀ ਰਤਿਆ। ਅਤੇ ਆਪ ਹੀ ਸਾਰੀ ਰਚਨਾ ਦੇ ਵਿੱਚ ਰੰਗਿਆ ਹੋਇਆ ਹੈ। ਇਸੇ ਪ੍ਰਕਾਰ ਆਪੇ ਕੀਤੋ ਰਚਨਾ। ਆਪ ਹੀ ਭਗਤੀ ਨੂੰ ਰਚਾਉਣਾ ਕੀਤਾ ਹੈ। ਆਪੇ ਹੀ ਰਤਿਆ। ਅਤੇ ਆਪ ਹੀ ਜਗਿਆਸੂਆਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਰੂਪ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਆਪੇ ਹੋਇਓ ਇੱਕ। ਹੇ ਪਰਮੇਸ਼ਰ, ਆਪ ਹੀ ਤੂੰ ਨਿਰਗੁਣ ਸਰੂਪ ਹੋਣ ਕਰਕੇ ਇੱਕੋ ਅਦਵੈਤ ਸਰੂਪ ਹੋ ਰਿਹਾ ਹੈ। ਆਪੇ ਬਹੁ ਪਤਿਆ। ਅਤੇ ਆਪ ਹੀ ਸਰਗੁਣ ਸਰੂਪ ਹੋਣੇ ਕਰਕੇ ਬਹੁਤ ਤਰ੍ਹਾਂ ਦਾ ਰਾਜਸੀ ਸਾਮਤੀ, ਰਾਜਸੀ ਤਾਮਸੀ ਸਾਂਦਕੀ ਸਰੂਪ ਧਾਰਿਆ ਹੋਇਆ ਹੈ। ਇਸੇ ਪ੍ਰਕਾਰ ਆਪੇ ਹੋਇਓ ਇੱਕ। ਤੂੰ ਆਪ ਹੀ ਇੱਕ ਰੂਪ ਹੋ ਰਿਹਾ ਹੈ। ਆਪੇ ਬਹੁ ਪਤਿਆ। ਅਤੇ ਤੂੰ ਆਪ ਹੀ ਬਹੁਤਿਆਂ ਨੂੰ ਪ੍ਰਕਾਸ਼ ਰਿਹਾ ਹੈ। ਆਪੇ ਸਭਨਾ ਮੰਝ। ਇਹ ਪਰਮੇਸ਼ਰ, ਤੂੰ ਆਪ ਹੀ ਆਤਮਾ ਰੂਪ ਹੋ ਕੇ ਸਾਰਿਆਂ ਦੇ ਵਿੱਚ ਹੈ। ਆਪੇ ਬਾਹਰਾ। ਅਤੇ ਆਪ ਹੀ ਪਾਪਾ ਪੁੰਨ ਤੋਂ ਨਿਆਰਾ ਹੋਣ ਕਰਕੇ ਵੱਖਰਾ ਸੁਤੰਤਰ ਹੈ। ਆਪੇ ਜਾਣ ਹੈ ਦੂਰ। ਇਹ ਪਰਮੇਸ਼ਰ, ਤੂੰ ਆਪ ਹੀ ਆਪਣੇ ਸਰੂਪ ਨੂੰ ਦੂਰ ਜਾਣਨ ਵਾਲਾ ਹੈ। ਆਪੇ ਹੀ ਜਾਹਰਾ। ਅਤੇ ਤੂੰ ਆਪ ਹੀ ਸਾਖੀ ਰੂਪ ਹੋ ਕੇ ਪ੍ਰਤੱਖ ਰੂਪ ਹੈ। ਇਸੇ ਪ੍ਰਕਾਰ ਆਪੇ ਸਭਨਾ ਮੰਝ। ਆਪੇ ਜਾਣ ਹੈ ਦੂਰ। ਤੂੰ ਆਪ ਹੀ ਅਗਿਆਨੀਆਂ ਦੇ ਅੰਦਰ ਆਪਣਾ ਸਰੂਪ ਦੂਰ ਜਾਣਦਾ ਹੈ। ਆਪੇ ਹੀ ਜਾਹਰਾ। ਅਤੇ ਤੂੰ ਆਪ ਹੀ ਤਤ ਵੇਤੀਆਂ ਦੇ ਅੰਦਰ ਪ੍ਰਗਟ ਸਖਿਆਤ ਰੂਪ ਹੈ। ਆਪੇ ਹੋਵਹਿ ਗੋਪਤਾ। हे ਪਰਮੇਸ਼ਰ, ਤੂੰ ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਹੋ ਰਿਹਾ ਹੈ। ਆਪੇ ਪ੍ਰਗਟਿਐ। ਅਤੇ ਆਪ ਹੀ ਸਰਗੁਣ ਸਰੂਪ ਹੋ ਕੇ ਪ੍ਰਗਟ ਰੂਪ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਹੋਵਹਿ ਗੋਪਤਾ। ਤੂੰ ਆਪ ਹੀ ਅਵਰਨ ਵਾਲੇ ਹਿਰਦੇ ਵਿੱਚ ਗੁਪਤ ਹੋ ਰਿਹਾ ਹੈ।
ਆਪੇ ਪ੍ਰਗਟਿਐ ਅਤੇ ਆਪ ਹੀ ਤਤ ਬੇਤੀ ਦੇ ਅੰਦਰ ਪ੍ਰਗਟ ਹੋ ਰਿਹਾ ਹੈ। ਕੀਮਤ ਕਿਸੈ ਨਾ ਪਾਈ ਇਹ ਪਰਮੇਸ਼ਰ ਤੇਰੀ ਸੰਸਾਰ ਰਚਨਾ ਦੀ ਕੀਮਤ ਜਿਹੜੀ ਹੈ ਕਿਸੇ ਪਾਸੋਂ ਵੀ ਪਾਈ ਨਹੀਂ ਜਾ ਸਕਦੀ। ਤੇਰੀ ਥੱਟੀਐ ਜੋ ਤੇਰੀ ਰਚਨਾ ਦੀ ਬਣਾਵਟ ਹੈ ਉਹਦੇ ਪਾਸੋਂ ਉਹਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਗਹਿਰ ਗੰਭੀਰ ਇਹ ਅਥਾਹ ਪਰਮੇਸ਼ਰ ਤੂੰ ਗਹਿਰ ਨਿਰਹਲ ਰੂਪ ਹੈ ਅਤੇ ਗੰਭੀਰ ਤੂੰ ਡੂੰਘਾ ਹੈ ਤੇ ਅਥਾਹੋ ਬੇਥਾਹ ਹੈ। ਭਾਵ ਤੇਰੀ ਬੁੱਧੀ ਕਰਕੇ ਥਾਹ ਨਹੀਂ ਪਾਈ ਜਾ ਸਕਦੀ। ਅਪਾਰ ਅਗਣਤ ਤੂੰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਜਾਂ ਬੇਅੰਤ ਹੈ ਅਤੇ ਤੂੰ ਅੰਗਾਂ ਜਾਂ ਸ਼ਾਸਤਰਾਂ ਕਰਕੇ ਗਿਣਤੀ ਤੋਂ ਰਹਿਤ ਸਰੂਪ ਹੈ। ਨਾਨਕ ਵਰਤੈ ਇੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਇੱਕੋ ਤੂੰ ਹੀ ਸਾਰੀਆਂ ਥਾਵਾਂ ਸਰੀਰਾਂ ਵਿੱਚ ਵਰਤਦਾ ਪਿਆ ਹੈ ਅਤੇ ਇੱਕੋ ਇੱਕ ਤੂੰ ਹੀ ਸਤਿਯੁਗ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਤ੍ਰੇਤੇ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਦੁਆਪਰ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਹੁਣ ਕਲਯੁਗ ਵਿੱਚ ਵਰਤ ਰਿਹਾ ਹੈ। ਜਾਂ ਚਾਰੇ ਖਾਣੀਆਂ ਅੰਡਜ ਜੀਰਜ ਸੀਤਜ ਉਤਪੁਜ ਇਹਨਾਂ ਵਿੱਚ ਵੀ ਤੂੰ ਵਰਤ ਰਿਹਾ ਹੈ। ਜਾਂ ਭੂਤ ਭਵਿੱਖ ਅਤੇ ਵਰਤਮਾਨ ਕਾਲ ਇਹਨਾਂ ਵਿੱਚ ਇੱਕੋ ਇੱਕ ਤੂੰ ਹੀ ਵਰਤ ਰਿਹਾ ਹੈ। ਜਾਂ ਇੱਕੋ ਤੂੰ ਹੀ ਈਸ਼ਰ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਇੱਕੋ ਤੂੰ ਹੀ ਜੀਵ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਇੱਕੋ ਤੂੰ ਹੀ ਸਾਖੀ ਚੇਤਨ ਰੂਪ ਹੋ ਕੇ ਵਰਤ ਰਿਹਾ ਹੈ। ਸੁਧ ਇਹ ਜਿਹੜੀ ਵਾਰ ਹੈ ਸ਼ੁੱਧ ਕੀਤੀ ਹੋਈ ਹੈ। ਲਗਾ ਮਾਤਰਾ ਕੰਨਾ ਸਿਆਰੀ ਅੱਖਰ ਜੋ ਵੀ ਹੈ ਸਭ ਕੁਝ ਸ਼ੁੱਧ ਕੀਤਾ ਹੋਇਆ ਹੈ। ਇਸ ਦੀ ਅਦਲਾ ਬਦਲੀ ਲਈ ਕੋਈ ਵੀ ਕਲਮ ਨਾ ਚੁੱਕੇ, ਸਗੋਂ ਇਸ ਬਾਣੀ ਨੂੰ ਪੜ੍ਹ ਕੇ ਹਿਰਦੇ ਨੂੰ ਸ਼ੁੱਧ ਕਰੋ। ਇਸ ਬਾਣੀ ਨਾਲ ਤੁਹਾਡਾ ਅੰਤःਕਰਨ ਸ਼ੁੱਧ ਹੋ ਜਾਏਗਾ, ਫਿਰ ਸ਼ੁੱਧ ਸਰੂਪ ਦੀ ਤੁਹਾਨੂੰ ਪ੍ਰਾਪਤੀ ਵੀ ਹੋ ਜਾਏਗੀ। ਪਹਿਲੇ ਦਿਨ ਜਦ ਮੈਂ ਦਮਦਮੇ ਟਕਸਾਲ ਦੇ ਵਿੱਚ ਜਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਮਨ 'ਚ ਸ਼ੌਂਕ ਸੀਗਾ। ਜਦ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਰੇ ਸਿੰਘ ਰਾਤ ਦਾ ਲੰਗਰ ਛਕਦੇ ਨੇ ਇਕੱਠੇ ਬੈਠ ਕੇ। ਇਹ ਕਿਸੇ ਖੜਾ ਹੋ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ, ਫਿਰ ਅਰਦਾਸ ਕੀਤੀ ਜਾਂਦੀ ਹੈ ਤੇ ਅਰਦਾਸ ਦੇ ਵਿੱਚ ਪੇਂਡੂ ਪਾਠੀਆਂ ਦੀ ਤਰ੍ਹਾਂ ਮੈਂ ਬੋਲਦਾ ਕਿ ਮਹਾਰਾਜ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ, ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ। ਮਹਾਂਪੁਰਖ ਮੇਰੇ ਮੋਢੇ ਤੇ ਖੜੇ ਸੀ ਤੇ ਮੋਢਾ ਹਿਲਾ ਕੇ ਕਹਿਣ ਲੱਗੇ, ਕਹਿੰਦੇ ਸੋਧ ਕੇ ਇਹ ਅੱਖਰ ਕਿਉਂ ਬੋਲ ਰਿਹਾ ਹੈ? ਬਾਣੀ ਤਾਂ ਸ਼ੁੱਧ ਕੀਤੀ ਹੋਈ ਹੈ, ਬਾਣੀ ਨੂੰ ਮਹਾਰਾਜ ਨੇ ਕਿਉਂ ਸੋਧਣਾ ਹੈ? ਤੂੰ ਕਹਿ ਵੀ ਮੇਰੇ ਹਿਰਦੇ ਨੂੰ ਸੋਧ ਦੇ। ਬਾਣੀ ਦਾ ਫਲਾਦੇਸ਼ ਹਿਰਦੇ ਵਿੱਚ ਵਸੇ, ਸਾਡਾ ਹਿਰਦਾ ਸੋਧਿਆ ਜਾਵੇ। ਬਾਣੀ ਤਾਂ ਸ਼ੁੱਧ ਕੀਤੀ ਹੋਈ ਹੈ, ਬਾਣੀ ਥੋੜੀ ਸੋਧ ਕੇ ਸੱਚਖੰਡ ਵਿੱਚ ਨਾਲੇ ਪ੍ਰਵਾਨ ਬਾਣੀ ਥੋੜੋ ਕਰਨੀ ਹੈ। ਬਾਣੀ ਦਾ ਪਹਿਲਾਂ ਹੀ ਸੱਚਖੰਡ ਵਿੱਚੋਂ ਆਈ ਹੈ ਤੇ ਬਾਣੀ ਦਾ ਪ੍ਰਵਾਨ ਹੈ ਹੀ ਹੈ ਸੱਚਖੰਡ ਵਿੱਚ। ਮਤਲਬ ਅੱਖਰਾਂ ਦਾ ਹੇਰ ਫੇਰ ਹੈ। ਭਾਵਨਾ ਤਾਂ ਸਾਡੀ ਉਹੀ ਹੁੰਦੀ ਹੈ ਕਿ ਜੋ ਪੜ੍ਹਿਆ ਹੈ ਉਹ ਗਲਤੀ ਮਾਫ ਕਰਨੀ, ਪਰ ਅੱਖਰਾਂ ਨੂੰ ਸਹੀ ਬੋਲਣਾ ਚਾਹੀਦਾ। ਅੱਖਰ ਇਸ ਤਰ੍ਹਾਂ ਬੋਲਣੇ ਚਾਹੀਦੇ ਨੇ। ਇਹ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਬਾਣੀ ਦਾ ਪਾਠ ਕੀਤਾ ਹੈ।
ਜਿਵੇਂ ਸੱਚਖੰਡ ਹਰਿਮੰਦਰ ਸਾਹਿਬ ਤੋਂ ਬੋਲਦੇ ਨੇ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਜੋ ਅਸੀਂ ਪੜ੍ਹਿਆ ਹੈ ਘੱਟ ਵੱਧ ਪੜ੍ਹਿਆ, ਸਾਨੂੰ ਮਾਫੀ ਦੇਣੀ। ਬਾਣੀ ਤਾਂ ਸ਼ੁੱਧ ਹੈ। ਤੋ ਜਾਂ ਇਹ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਬਾਣੀ ਪੜ੍ਹੀ ਹੈ, ਕੁਛ ਵੀ ਨਹੀਂ ਕਹਿਣਾ, ਬਸ ਇੰਨੀ ਗੱਲ ਹੋਈ ਭੁੱਲ ਚੁੱਕ ਮਾਫ ਕਰਨੀ। ਭੁੱਲ ਹੁੰਦੀ ਹੈ ਜਿਹੜੀ ਜਾਣ ਕੇ ਕੀਤੀ ਜਾਏ ਜਾਂ ਵੱਡੀ ਕੀਤੀ ਜਾਏ ਗਲਤੀ। ਜਿਸ ਤਰ੍ਹਾਂ ਅੱਖਰ ਹੀ ਬਦਲ ਦੇਣਾ, ਲਿਖਿਆ ਕੁਛ ਹੋਰ ਬੋਲ ਕੁਛ ਹੋਰ ਹੀ ਦੇਣਾ। ਚੁੱਕ ਹੁੰਦੀ ਹੈ ਛੋਟੀ ਗਲਤੀ, ਜਾਂ ਅਨਭੋਲ ਦੇ ਵਿੱਚ ਮਾੜਾ ਮੋਟਾ ਔਂਕਰ ਸਿਆਰੀ ਕਰਨਾ, ਅਦਲ ਬਦਲ ਹੋ ਜਾਣਾ। ਇਸ ਤਰ੍ਹਾਂ ਚੁੱਕ ਛੋਟੀ ਤੇ ਭੁੱਲ ਵੱਡੀ। ਹੇ ਸੱਚੇ ਪਾਤਸ਼ਾਹ, ਹੋਈ ਭੁੱਲ ਚੁੱਕ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸੱਚਖੰਡ 'ਚ ਤਾਂ ਪ੍ਰਵਾਨ ਹੀ ਹੈ, ਸਾਡੇ ਹਿਰਦੇ 'ਚ ਵਸਾਉਣਾ, ਤਾਂ ਕਿ ਅਸੀਂ ਬਾਣੀ ਮੁਤਾਬਕ ਆਪਦਾ ਜੀਵਨ ਢਾਲ ਸਕੀਏ। ਇਉਂ ਇਹ ਨਹੀਂ ਕਹਿਣਾ ਕਿ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ। ਬਾਣੀ ਸ਼ੁੱਧ ਹੈ, ਇਹਨੂੰ ਪੜ੍ਹ ਕੇ ਆਪਦਾ ਹਿਰਦਾ ਸ਼ੁੱਧ ਕਰੋ, ਅੰਤःਕਰਨ ਸ਼ੁੱਧ ਹੋ ਜਾਏਗਾ। ਜਿਹੜਾ ਇਹ ਗੁਰਬਾਣੀ ਨੂੰ ਸ਼ੁੱਧ ਪੜ੍ਹੇਗਾ, ਲਗਾ ਮਾਤਰਾ ਸੰਥਿਆ ਕਰਕੇ ਚੰਗੀ ਤਰ੍ਹਾਂ ਸਵਾਰ ਕੇ ਆਪਦੇ ਧਿਆਨ ਦੇ ਨਾਲ ਇਹ ਮਨ ਹਰ ਜੀ ਧਿਆਏ ਤੋਂ। ਅੱਜ ਬੋਰਡ ਉੱਪਰ ਸ੍ਰੀ ਮੁਖ ਵਾਕ ਲਿਖਿਆ ਹੈ, ਇਹ ਮਨ ਹਰ ਜੀ ਧਿਆਏ ਤੋਂ। ਸ਼ਲੋਕ ਮਹੱਲਾ ਤੀਜਾ, ਸੋਰਠ ਦੀ ਵਾਰ ਦਾ ਸ਼ਲੋਕ ਹੈ। ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਜੇਕਰ ਧਿਆਵਾਂਗੇ ਤਾਂ ਹਰੀ ਪਰਮੇਸ਼ਰ ਦੀਆਂ ਵਡਿਆਈਆਂ ਜੋ ਸਦਾ ਸਦਾ ਸਭਨਾਂ ਨੂੰ ਬਖਸ਼ਦਾ ਹੈ, ਉਹ ਸਾਨੂੰ ਵੀ ਬਖਸ਼ਿਸ਼ ਕਰੇਗਾ, ਹਿਰਦਾ ਸ਼ੁੱਧ ਕਰ ਦੇਵੇਗਾ। ਇਸ ਲਈ ਇੰਝ ਇਹ ਜੋ ਦੂਸਰੀ ਵਾਰ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਨੇ 22 ਪੌੜੀਆਂ ਦੇ ਨਾਲ ਸੰਪੂਰਨ ਕੀਤੀ ਹੈ। ਪਹਿਲਾਂ ਅੰਕ 22 ਲਾਇਆ, ਉਹ ਤੋਂ ਬਾਅਦ ਇੱਕ ਲਾਇਆ। ਜਿਹੜਾ 22 ਅੰਕ ਹੈ ਸਾਧ ਸੰਗਤ ਜੀ, ਉਹ ਪੌੜੀਆਂ ਦਾ ਵਾਚਕ ਹੈ ਕਿ 22 ਪੌੜੀਆਂ ਸੰਪੂਰਨ ਹੋਈਆਂ। ਇੱਕ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਬਾਣੀ ਹੈ ਇੱਕ ਹੀ ਬਾਣੀ ਹੈ, ਦੋ ਬਾਣੀਆਂ ਨਹੀਂ। ਸਾਰੀ ਵਾਰ ਇੱਕ ਬਾਣੀ ਹੈ, ਭਾਵੇਂ ਸ਼ਲੋਕ ਨੇ, ਮਹੱਲੇ ਨੇ, ਪੌੜੀਆਂ ਨੇ, ਬਾਣੀ ਇੱਕ ਹੈ। ਫਿਰ 2 ਅੰਕ ਦਾ ਮਤਲਬ ਇਹ ਹੈ ਕਿ ਜਿਹੜੀ ਪਹਿਲੀ ਵਾਰ ਸੀਗੀ ਉਹ ਜੋਧਾ ਵੀਰਾ ਪੂਰ ਬਾਣੀ ਕੀ ਧੁਨੀ ਵਾਲੀ, ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਪਹਿਲੀ ਵਾਰ ਉਹ ਸੰਪੂਰਨ ਹੋਈ ਸੀ, ਦੂਜੀ ਵਾਰ ਇਹ 2 ਵਾਰਾਂ ਸੰਪੂਰਨ ਹੋਈਆਂ ਨੇ। ਹੁਣ ਰਾਮਗਲੀ ਦੀ ਤੀਜੀ ਵਾਰ ਤੁਹਾਨੂੰ ਸਰਵਣ ਕਰਾਉਣ ਲੱਗੇ ਆ। ਇਹ ਜਿਹੜੀ ਦੂਸਰੀ ਵਾਰ ਹੈ ਇਹ ਸੁੱਧ ਹੈ ਗੁਰਮੁਖੋ। ਪਹਿਲੀ ਵਾਰ ਤੋਂ ਬਾਅਦ ਵੀ ਸੁੱਧ ਲਿਖਿਆ ਹੈ। ਤੋ ਇੰਝ ਇਹ ਸਤਿਗੁਰੂ ਮਹਾਰਾਜ ਦਾ ਹੁਕਮ ਹੈ ਕਿ ਕਿਸੇ ਸਿਆਣੇ ਸਿੰਘ ਤੋਂ ਸੰਥਿਆ ਕਰਕੇ ਆਪਦੀ ਅੱਖਰਾਂ ਨੂੰ ਸ਼ੁੱਧ ਕਰਕੇ ਉਚਾਰਨ ਨੂੰ, ਅੱਖਰ ਤਾਂ ਬਾਣੀ 'ਚ ਸ਼ੁੱਧ ਹੀ ਲਿਖੇ ਹੋਏ ਨੇ, ਆਪਦੀ ਪ੍ਰੋਨਾਊਂਸੀਏਸ਼ਨ ਸ਼ੁੱਧ ਕਰਨੀ ਹੈ, ਉਚਾਰਨ। ਤੇ ਜੇ ਤੁਸੀਂ ਸਹੀ ਤਰੀਕੇ ਨਾਲ ਪੜ੍ਹੋਗੇ ਤਾਂ ਹਿਰਦਾ ਸ਼ੁੱਧ ਹੋ ਜਾਏਗਾ, ਅੰਤःਕਰਨ ਸ਼ੁੱਧ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਆਓ ਹੁਣ ਰਾਮਗਲੀ ਦੀ ਤੀਸਰੀ ਵਾਰ ਉਹ ਸਰਵਣ ਕਰੋ ਜੀ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਮਕਲੀ ਕੀ ਵਾਰ। ਸਾਧ ਸੰਗਤ ਜੀਓ, ਇਹ ਰਾਮਕਲੀ ਦੀ ਤੀਸਰੀ ਵਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾ ਰਹੇ ਹਨ। ਰਾਈ ਬਲਵੰਡ, ਜੋ ਗੁਰੂ ਘਰ ਦੇ ਕੀਰਤਨੀਏ ਬਲਵੰਡ ਰਾਏ, ਤਥਾ ਸਤੈ ਡੂਮ ਆਖੀ। ਡੂਮ ਨਾਮ ਹੈ ਮਰਾਸੀਆਂ ਦਾ,
ਮਰਾਸੀ ਜਾਤ ਦੇ ਮੁਸਲਮਾਨ ਗੁਰੂ ਘਰ ਦੇ ਕੀਰਤਨੀਏ ਭਾਈ ਮਰਦਾਨੀ ਦੀ ਕੁਲ ਵਾਲੇ ਰਾਏ ਬਲਵੰਡ ਤੇ ਸੱਤਾ ਢੂਮ ਜੀ, ਉਹਨਾਂ ਦੀ ਆਖੀ ਉਚਾਰੀ ਹੋਈ ਇਹ ਸੁਸ਼ੋਭਿਤ ਹੋ ਰਹੀ ਹੈ। ਇੱਕ ਓੰਕਾਰ, ਇੱਕ ਅਦੁੱਤੀ ਜੋ ਬ੍ਰਹਮ ਹੈ, ਉਹ ਅੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀਓ, ਪਹਿਲਾਂ ਆਪ ਨੂੰ ਸਾਖੀ ਸੁਣਾ ਲਈਏ। ਸਰੇਖ ਆਇਆ ਹੈ ਰਾਏ ਬਲਵੰਡ ਤਥਾ ਸਤੈ ਢੂਮ ਆਖੀ। ਇਹ ਗੁਰੂ ਘਰ ਦੇ ਕੀਰਤਨੀਏ ਸੀਗੇ ਰਾਏ ਬਲਵੰਡ ਤੇ ਸੱਤਾ ਢੂਮ, ਉਹਨਾਂ ਦੀ ਉਚਾਰੀ ਹੋਈ ਵਾਰ ਗੁਰੂ ਸਾਹਿਬ ਜੀ ਇਹ ਤੀਸਰੇ ਨੰਬਰ ਤੇ ਰਾਮਕਲੀ ਰਾਗ ਵਿੱਚ ਦਰਜ ਕਰਵਾ ਰਹੇ ਨੇ। ਇਹ ਜਿਹੜੇ ਗੁਰਮੁਖ ਸੀਗੇ ਦੋਵੇਂ ਭਰਾ ਸਨ, ਬਲਵੰਡ ਰਾਏ ਤੇ ਸੱਤਾ ਢੂਮ ਇਹਨਾਂ ਦੀ ਜਾਤ ਹੈ। ਰਹਿੰਦੇ ਸੀ ਪੂਰਬ ਦੇਸ਼ ਵਿੱਚ, ਆਪਣੀ ਗਾਇਨ ਵਿਦਿਆ ਵਿੱਚ ਚੰਗੇ ਗੁਣੀ ਹੋਏ ਨੇ। ਬਲਵੰਡ ਵੱਡਾ ਸੀਗਾ ਅਤੇ ਸੱਤਾ ਉਸ ਦਾ ਛੋਟਾ ਭਰਾ ਸੀਗਾ। ਭਾਵੇਂ ਰਾਗ ਵਿਦਿਆ ਦੇ ਬੜੇ ਧਨੀ ਸਨ, ਪਰ ਗੁਣਵਾਨ ਹੁੰਦਿਆਂ ਹੋਇਆਂ ਵੀ ਦੋਵੇਂ ਕੰਗਾਲ ਸਨ। ਉਂਝ ਵੀ ਢੂਮਾਂ ਦੀ ਕਦਰ ਘੱਟ ਹੁੰਦੀ ਹੈ, ਕਿਉਂਕਿ ਲੋਕ ਸਤਿਕਾਰ ਦੀ ਨਜ਼ਰ ਨਾਲ ਨਹੀਂ ਵੇਖਦੇ। ਇੱਕ ਡਰਾਈਵਰ, ਇੱਕ ਗਾਉਣ ਵਾਲਾ ਤੇ ਇੱਕ ਨੌਕਰ, ਉਹ ਸਮਝਦੇ ਵੀ ਇਹ ਪਤਾ ਨਹੀਂ ਮੰਗਣੀ ਆ ਗਿਆ। ਜਿੰਨਾ ਮਰਜ਼ੀ ਸੰਦੋਖੀ ਹੋਵੇ ਬੰਦਾ, ਗਾਉਣ ਵਾਲੇ ਨੂੰ ਸਮਝਦੇ ਵੀ ਇਹ ਪੈਸੇ ਇਕੱਠੇ ਕਰਨ ਵਾਸਤੇ ਗਾ ਰਿਹਾ। ਤੇ ਡਰਾਈਵਰ ਤੇ ਨੌਕਰ ਨੂੰ ਵੀ ਹੋਰ ਹੀ ਤਰ੍ਹਾਂ ਨਿਗਾਹ ਨਾਲ ਦੇਖਦੇ। ਇਉਂ ਲੋਕਾਂ 'ਚ ਸਤਿਕਾਰ ਨਹੀਂ ਹੈ ਇਸ ਕਲਾਸ ਦਾ। ਪਹਿਲਾਂ ਤਾਂ ਵੈਸੇ ਵੀ ਰਾਜੇ ਮਹਾਰਾਜਿਆਂ ਦੇ ਸੋਹਲੇ ਗਾਏ ਜਾਂਦੇ ਸਨ ਤੇ ਲੋਕ ਮੰਗਣ ਵਾਸਤੇ ਹੀ ਗਾਉਂਦੇ ਸੀ। ਗੱਲ ਵੀ ਸੱਚੀ ਸੀ। ਮਰਾਸੀ ਸਜਰਾ ਪੜ੍ਹਦੇ ਹੁੰਦੇ ਸੀ, ਤੇਰਾ ਦਾਦਾ ਤੇਰਾ ਪੜਦਾਦਾ ਜਿਉਂਦਾ ਰਹੇ, ਇੰਝ ਰਾਜਿਆਂ ਦੇ ਸੋਹਲੇ ਗਾਉਂਦੇ ਸਨ। ਤੇ ਗੁਣਵਾਨ ਹੁੰਦੇ ਹੋਏ ਵੀ ਕੰਗਾਲ ਸਨ। ਮਖੌਲ ਜਾਂ ਵਿਆਹਾਂ ਵਿੱਚ ਸਿੱਠਣੀਆਂ ਸੁਣਨ ਜਾਂ ਹੋਰ ਸੇਵਾ ਵਿੱਚ ਇੱਕ ਛੋਟੇ ਵਤੀ ਸਰਾਂ ਜਾਂ ਲਾਗੀਆਂ ਵਿੱਚ ਗਿਣੇ ਜਾਂਦੇ ਨੇ। ਮਰਦਾਨਾ ਵੀ ਢੂਮ ਹੀ ਸੀਗਾ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਪਾਰਸ ਨੂੰ ਛੋਹ ਕੇ ਭਾਈ ਦੇ ਖਿਤਾਬ ਵਾਲਾ ਹੋ ਗਿਆ ਸੀ ਅਤੇ ਢੂਮ ਦੀ ਥਾਂ ਨਵੇਂ ਨਾਮ ਰਬਾਬੀ ਨਾਲ ਯਾਦ ਕੀਤਾ ਜਾਂਦਾ ਸੀ। ਰਬਾਬੀ ਭਾਈ ਮਰਦਾਨਾ ਜੀ। ਮਰਦਾਨਾ ਢੂਮ ਨਹੀਂ, ਮਰਦਾਨਾ ਮਰਾਸੀ ਨਹੀਂ ਕਿਹਾ ਜਾਂਦਾ, ਭਾਈ ਸਾਹਿਬ ਕਿਹਾ ਜਾਂਦਾ ਹੈ। ਰਬਾਬੀ ਇੱਕ ਗੁਣਵਾਨ ਖਿਤਾਬ ਸੀ ਜਿਸ ਵਿੱਚ ਆਦਰ ਸੀ। ਜਿਵੇਂ ਤਾਨਸੈਨ ਸਾਜ਼ਾਂ ਦਾ ਜਾਣਕਾਰ ਹੋਇਆ, ਇਉਂ ਰਬਾਬ ਇੱਕ ਸਾਜ਼ ਹੈ ਜੋ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਅਪਣਾਇਆ ਤੇ ਭਾਈ ਮਰਦਾਨੇ ਨੇ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਵਜਾਇਆ। ਇਸ ਕਰਕੇ ਰਬਾਬੀ ਉਹਨਾਂ ਦੇ ਨਾਮ ਦੇ ਨਾਲ ਜੁੜਿਆ। ਇਹ ਨਾਮ ਰਬਾਬ ਵਜਾਉਣ ਕਰਕੇ ਮਿਲਦਾ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵਿਉਂਤਿਆ ਤੇ ਤਿਆਰ ਕਰਵਾਇਆ ਸੀਗਾ। ਔਰ ਜਿਹੜਾ ਰਬਾਬ ਹੈ, ਜਿਵੇਂ ਸ਼ਿਵ ਜੀ ਦਾ ਡਮਰੂ ਹੈ ਤੇ ਜਿਹੜਾ ਵਿਸ਼ਨੂੰ ਹੈ ਉਹਦਾ ਸੁਦਰਸ਼ਨ ਚੱਕਰ ਹੈ, ਇੰਦਰ ਦਾ ਵਜਰ ਸ਼ਾਸਤਰ ਹੈ, ਇੰਝ ਸਭ ਕੁਝ ਪ੍ਰਸਿੱਧ ਹੈ। ਸ਼ਿਵ ਜੀ ਦਾ ਡਮਰੂ ਸਾਜ਼ ਤੇ ਤਰਸ਼ੂਲ ਹੈ। ਇਉਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸਾਜ਼ ਹੈ ਉਹ ਰਬਾਬ ਹੈ। ਅੱਜ ਕੱਲ੍ਹ ਜਿਹੜਾ ਹਾਰਮੋਨੀਅਮ ਵਾਜਾ ਵਜਾਇਆ ਜਾਂਦਾ ਹੈ, ਇਹ ਗੋਰਿਆਂ ਦਾ ਸਾਜ਼ ਹੈ, ਗੁਰਦੁਆਰੇ ਦਾ ਸਾਜ਼ ਨਹੀਂ ਹੈ। ਪਰ ਥੋੜ੍ਹਾ ਜਿਹਾ ਈਜ਼ੀ ਹੋਣ ਕਰਕੇ, ਸੌਖਾ ਵੱਜਦਾ ਹੋਣ ਕਰਕੇ ਮੇਰੇ ਵਰਗਾ ਨਗਲੈਕਟ ਬੰਦਾ ਵੀ ਦੋ ਸੁਰਾਂ ਸਿੱਖ ਕੇ ਗਾਉਣ ਵਜਾਉਣ ਲੱਗ ਪੈਂਦਾ। ਜਿਹੜੇ ਤੰਤੀ ਸਾਜ਼ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਜਿਹੜਾ ਤਾਨਪੁਰਾ ਰਬਾਬ ਹੈ, ਇਹ ਤੰਤੀ ਸਾਜ਼, ਇਹਨਾਂ ਦੇ ਨਾਲ ਗਾਉਣਾ ਇੱਕ ਬਹੁਤ ਵੱਡੀ ਕਲਾਕਾਰੀ ਹੈ। ਇਹ 'ਚ ਸਾਹ ਤੇ ਪਾ ਹੀ ਹੁੰਦਾ ਹੈ। ਵਿਚਲੀਆਂ ਸੁਰੀਆਂ ਆਪ ਸੰਕੇਤ ਕਰਨੀਆਂ ਹੁੰਦੀਆਂ।
ਆਵਾਜ਼ ਨੂੰ ਘੱਟ ਵੱਧ ਕਰਨਾ, ਉੱਚੀ ਨੀਵੇਂ ਕਰਨਾ, ਇਹ ਬੜੇ ਤਰੀਕੇ ਨਾਲ ਆਪਦੇ ਗਿਆਨ ਨਾਲ ਕਰਨਾ ਪੈਂਦਾ। ਵਾਜੇ ਤੇ ਸਾਰਾ ਕੁਝ ਉੱਤੇ ਹੀ ਹੁੰਦਾ। ਅਸੀਂ ਤਾਂ ਚੇਪੀਆਂ ਵੀ ਲਾਈਆਂ ਹੁੰਦੀਆਂ ਸੀ, ਸਾਰੇ ਗਾਵਾਂ ਪਾ ਦੀਆਂ। ਤੋ ਇਸ ਲਈ ਇਹ ਗੋਰਿਆਂ ਦਾ ਸਾਜ਼ ਹੈ। ਜਿਹੜਾ ਰਬਾਬ ਹੈ ਗੁਰਦੁਆਰੇ ਦਾ ਸਾਜ਼ ਅਸਲ 'ਚ ਰਬਾਬ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵਿਉਂਤਿਆ ਤੇ ਤਿਆਰ ਕਰਵਾਇਆ ਸੀ। ਜਾਂ ਸਰੰਦਾ ਰਬਾਬੀ ਕੋਈ ਦੁਨੀਆ ਦਾ ਮਨੁੱਖ ਨਹੀਂ ਸੀਗਾ। ਸਵਰਗਾਂ ਨੇ, ਦੇਵਤਿਆਂ ਨੇ ਉਹ ਸਰੰਦੇ ਨਾਮ ਦੇ ਦੇਵਤਾ ਨੂੰ, ਵਾਹਿਗੁਰੂ, ਹਾਂ, ਸਰੰਦਾ ਨਾਮ ਦੇ ਦੇਵਤਾ ਨੂੰ ਗੁਰੂ ਸਾਹਿਬ ਨੂੰ ਰਬਾਬ ਦੇਣ ਲਈ ਆ ਭੇਜਿਆ ਸੀ, ਤੇ ਦੇਵਤਿਆਂ ਨੇ ਗੁਰੂ ਸਾਹਿਬ ਨੂੰ ਭੇਟਾ ਕੀਤਾ। ਇਹ ਗੁਰੂ ਪ੍ਰਤਾਪ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ। ਸੋ ਇੰਝ ਗੁਣੀ ਜਨਾਂ ਦੇ ਵਿੱਚ ਅਜੇ ਤੱਕ ਇਹ ਰਬਾਬ ਸਾਜ਼ ਪ੍ਰਸਿੱਧ ਹੈ ਕਿ ਇਹ ਸਾਜ਼ ਨਾਨਕ ਸ਼ਾਹ ਫਕੀਰ ਨੂੰ ਅਰਸ਼ ਤੋਂ ਉਤਰਿਆ ਸੀ। ਅੱਜ ਕੱਲ੍ਹ ਦੇ ਰਬਾਬੀਆਂ ਦੇ ਰਬਾਬ ਨਾਲੋਂ ਇਹ ਸਾਜ਼ ਵੱਖਰਾ ਸੀਗਾ, ਜਿਸ ਵਿੱਚ 6 ਸਿਰੇ ਦੀਆਂ ਤਾਰਾਂ ਉੱਤੇ ਵਜੰਤਰੀ ਕੰਮ ਕਰਦਾ ਸੀ। ਉਹਦੀ ਵਿਉਂਤ ਅਤੇ ਵੱਜਣਾ ਕੁਝ ਸਰੋਧੇ ਨਾਲ ਮਿਲਦਾ ਜੁਲਦਾ ਸੀ, ਅਤੇ ਸਾਜ਼ ਐਸਾ ਸੁਰੀਲਾ ਹੁੰਦਾ ਸੀ ਕਿ ਸਰੰਗੀ ਕੀ ਚੀਜ਼ ਹੈ। ਸੁਣੀਦਾ ਕਿ ਰਿਆਸਤ ਰਾਮਪੁਰ ਵਿਖੇ ਇੱਕ ਇਸ ਸਾਜ਼ ਦੇ ਨਮੂਨੇ ਅਜੇ ਵੀ ਮਿਲਦੇ ਨੇ। ਅੱਜ ਤਰ੍ਹਾਂ ਢਾਡੀ ਸਰੰਗੀ ਵਜਾਉਂਦੇ ਨੇ ਨਾ, ਉੱਥੇ ਗਾਜ ਫੇਰਦੇ ਨੇ। ਪੁਰਾਤਨ ਰਬਾਬ ਇਸ ਤਰ੍ਹਾਂ ਵੱਜਦਾ ਹੁੰਦਾ ਸੀ ਤੇ ਬੜਾ ਸੁਰੀਲਾ ਸੀ। ਤੰਤੀ ਸਾਜ਼ ਵੈਸੇ ਵੀ ਸੁਰੀਲੇ ਹੁੰਦੇ ਨੇ। ਬੰਦਿਆਂ ਦੀ ਆਵਾਜ਼ ਤਾਂ ਹੁੰਦੀ ਹੈ ਭਾਰੀ, ਉਹ ਤਾਂ ਆਵਾਜ਼ੀ ਨਾਲ ਮਿਲ ਜਾਂਦੀ ਹੈ। ਵੈਸੇ ਦੁਨੀਆ ਦਾ ਇੱਕੋ ਹੀ ਸਾਜ਼ ਹੈ ਹਾਰਮੋਨੀਅਮ, ਜਿਹੜਾ ਸੁਰ 'ਚ ਨਹੀਂ ਹੁੰਦਾ। ਮੇਰਾ ਭਾਰਤ ਮਿਊਜ਼ਿਕ ਹਾਊਸ ਦਾ ਹਾਰਮੋਨੀਅਮ ਹੈ। ਜਿੰਨੇ ਪੈਸੇ ਉਹਨੇ ਨਵੇਂ ਦੇ ਲਏ, ਓਨੇ ਹੀ ਸੁਰ ਕਰਨ ਦੇ ਲਏ। ਸੁਰ ਕਰਾਉਣ ਤੋਂ ਬਾਅਦ ਵੀ ਸੁਰ 'ਚ ਨਹੀਂ ਹੁੰਦਾ। ਸਭ ਤੋਂ ਬਸੁਰਾ ਸਾਜ਼ ਹੈ ਹਾਰਮੋਨੀਅਮ। ਤੇ ਪਰ ਇਹ ਜਿਹੜੇ ਤੰਤੀ ਸਾਜ਼ ਨੇ, ਇਹ ਜੇ ਕੋਈ ਸੁਰ ਕਰਨ ਵਾਲਾ ਹੋਵੇ, ਬੜੇ ਸੁਰੀਲੇ ਵੱਜਦੇ ਨੇ। ਬੰਦਿਆਂ ਦੀ ਆਵਾਜ਼ ਮੋਟੀ ਤੇ ਭਾਰੀ ਹੁੰਦੀ ਹੈ, ਬੀਬੀਆਂ ਦੀ ਤੇ ਕੁੜੀਆਂ ਦੀ ਆਵਾਜ਼ ਬਰੀਕ ਹੁੰਦੀ ਹੈ। ਜੋ ਤੰਤੀ ਸਾਜ਼ ਦੇ ਨਾਲ ਮੇਲ ਜੋਲ ਕਰਨ ਤੋਂ ਸਹੀ ਤਰੀਕੇ ਨਾਲ ਸੁਰੀਲੀ ਆਵਾਜ਼ ਬਣਦੀ ਹੈ, ਨਹੀਂ ਤਾਂ ਹਾਰਮੋਨੀਅਮ ਦੇ ਨਾਲ ਮੁਲਾਇਮ ਹੀ ਨਹੀਂ ਮਿਲਦੀ। ਸੋ ਜਿਹੜੇ ਤੰਤੀ ਸਾਜ਼ ਨੇ ਬੜੇ ਬਰੀਕ ਕਿਸਮ ਦੇ ਹੁੰਦੇ ਨੇ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਦ ਆਪ ਤਿਆਰ ਕਰਵਾਇਆ। ਗੁਰੂ ਨਾਨਕ ਦੇਵ ਜੀ ਦੀ ਸੰਗਤ ਤੇ ਸਤ ਸੰਗਤ ਤੋਂ ਕਿਰਤਾਰ ਅਤੇ ਮਨ ਵਿੱਚ ਸਾਜ਼ ਰਬਾਬ ਦੇ ਵਜਾਉਣ ਅਤੇ ਉਸ ਵਜਾਉਣ ਵਿੱਚ ਪਿਆਰੇ ਵਾਹਿਗੁਰੂ ਜੀ ਦੀ ਕੀਰਤੀ ਤੇ ਮਹਿਮਾ ਕਾਇਮ ਕਰਨ ਕਰਕੇ ਮਰਦਾਨਾ ਭਾਈ ਪਾਤੇ ਪਹੁੰਚਿਆ। ਅਤੇ ਜੋ ਪਹਿਲੇ ਪਹਿਲ ਨਿੰਦਕਾਂ ਤੋਂ ਕਰਾਈਏ ਦਾ ਡੂਮ ਸਦਾ ਕੇ ਧਰਕਾਰਿਆ ਗਿਆ ਸੀ। ਜਿਹੜਾ ਵੀ ਕੋਈ ਬੋਲਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਰਾਈਆ ਕਹਿੰਦੇ, ਤੇ ਮਰਦਾਨੇ ਨੂੰ ਡੂਮ ਕਹਿੰਦੇ ਕਿ ਤੂੰ ਕੁਰਾਈਏ ਦਾ ਡੂਮ ਹੈ। ਪਰ ਉਹ ਬ੍ਰਹਮ ਗਿਆਨੀ ਬਣਿਆ, ਗਿਆਤਾ ਕੀ ਅਵਸਥਾ ਨੂੰ ਪ੍ਰਾਪਤ ਹੋਇਆ, ਅਤੇ ਅੰਤਲਾ ਦਾ ਸੰਸਕਾਰ ਉਸ ਜੋਤ ਨਿਰੰਜਨੀ ਪਾਸੋਂ ਪ੍ਰਾਪਤ ਹੋਇਆ ਕਿ ਜਿਸ ਦੇ ਹੱਥਾਂ ਦੀ ਛੂਹ ਵਿੱਚ ਜੀਵਨ ਪਦ ਵਸਦਾ ਸੀ। ਇਸੇ ਡੂਮ ਜਾਤੀ ਵਿੱਚੋਂ ਰਾਈ ਬਲਵੰਡ ਤੇ ਸੱਤਾ ਦੋਵੇਂ ਚੰਗੇ ਗੁਣੀ ਭਰਾ ਹੋਏ ਨੇ। ਇਸ ਰੰਗੀ ਦੇ ਵਜੰਤਰੀ ਤੇ ਟੱਪੇ ਦੀ ਗਵਾਈ ਤੋਂ ਛੁੱਟ ਧਰੁਪਦ ਦੀ ਗਵਾਈ ਦੇ ਵੀ ਚੰਗੇ ਉਸਤਾਦ ਸਨ। ਲੋਕਾਂ ਨੂੰ ਬੜੇ ਰਾਗ ਗਾ ਗਾ ਕੇ ਸੁਣਾਏ, ਪਰ ਕਦਰ ਕਿਤੇ ਵੀ ਨਾ ਪਈ। ਘਰ ਦੇ ਗੁਜ਼ਾਰੇ ਲਈ ਪਦਾਰਥ ਵੀ ਨਾ ਮਿਲੇ। ਜਿਵੇਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ 52 ਕਵੀ ਜਿਹੜੇ ਆਏ, ਉਹਨਾਂ ਦੇ ਲੀੜੇ ਕੱਪੜੇ ਵੀ ਪਾਟੇ ਹੋਏ ਸਨ। ਬੜੀ ਗਰੀਬੀ ਅਵਸਥਾ ਵਿੱਚ ਉਹ ਵਿਚਾਰੇ ਭੁੱਖੇ ਨੰਗੇ ਮੰਗਦੇ ਹੋਏ ਆਏ ਸਨ। ਪਰ ਗੁਰੂ ਸਾਹਿਬ ਨੇ ਉਹਨਾਂ ਦੇ ਗੁਣ ਦਾ ਸਤਿਕਾਰ ਕਰਦਿਆਂ ਜਦੋਂ ਸਾਲ 6 ਮਹੀਨੇ ਬਾਅਦ ਛੁੱਟੀ ਲੈ ਕੇ ਗਏ ਤਾਂ ਮਹਾਰਾਜ ਨੇ ਹਾਥੀ ਦੇ ਕੇ ਤੋਰਿਆ ਉਹਨਾਂ ਨੂੰ। ਮੋਹਰਾਂ ਦੀ ਖੁਰਜੀ ਉੱਤੇ ਰੱਖ ਕੇ ਹਾਥੀਆਂ ਦੇ ਚੜ੍ਹ ਕੇ ਤੇ ਬੜੇ ਬੜੇ ਨੌਕਰ ਚਾਕਰ ਉਹਨਾਂ ਨਾਲ ਤੋਰੇ। ਵੇਖਣ ਵਾਲੇ ਨੂੰ ਲੱਗਦਾ ਕਿ ਕੋਈ ਰਾਜਾ ਮਹਾਰਾਜਾ ਆ ਰਿਹਾ। ਪੁੱਛਣ ਨੂੰ ਪਤਾ ਲੱਗਦਾ ਕਿਉਂਕਿ ਮਹਾਰਾਜਾ ਨਹੀਂ, ਇਹ ਤਾਂ ਕਲਗੀਧਰ ਦੇ ਗਵਈਏ ਨੇ, ਕਵੀ ਨੇ, ਜੋ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਛੁੱਟੀ ਲੈ ਕੇ ਆਪਦੇ ਘਰ ਨੂੰ ਜਾ ਰਹੇ ਨੇ। ਮਹਾਰਾਜ ਦੀਆਂ ਬਖਸ਼ਿਸ਼ਾਂ ਨੇ। ਸੋ ਇੰਝ ਗੁਰੂ ਘਰ ਦੀ ਬਖਸ਼ਿਸ਼ ਮਹਾਨ ਹੈ।
ਇਸ ਲਈ ਬਲਵੰਡ ਤਾਂ ਆਪਣੀ ਕਿਸਮਤ ਦੀ ਪ੍ਰੀਖਿਆ ਕਰਨ ਅਤੇ ਗੁਣਾਂ ਦੀ ਕਦਰ ਦੂਰੀ ਉੱਤੇ ਜਾ ਕੇ ਪਾਉਣ ਦਾ ਪ੍ਰਤਾਪ ਕਰਨ ਲਈ ਆਪਣੇ ਦੇਸ਼ ਤੋਂ ਤੁਰ ਪਿਆ। ਤੇ ਉਹਦੇ ਜਾਣ ਮਗਰੋਂ ਸੱਤੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਸੁਣੀ ਤੇ ਸੱਤਾ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੀ ਸ਼ਰਨ ਵਿੱਚ ਆ ਗਿਆ ਸੀ। ਸਤਿਗੁਰਾਂ ਦੇ ਪਾਸ ਆ ਕੇ ਅਤਿਅੰਤ ਨਿਮਰਤਾ ਦੇ ਸਹਿਤ ਬੇਨਤੀ ਕਰਨ ਲੱਗਾ ਕਿ ਹੇ ਸਤਿਗੁਰੂ ਜੀ, ਤੁਹਾਡੇ ਤੋਂ ਬਗੈਰ ਹੁਣ ਕੋਈ ਸਾਡਾ ਆਸਰਾ ਨਹੀਂ ਹੈ। ਆਪ ਜੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਸਤਿਗੁਰਾਂ ਨੇ ਬਹੁਤ ਆਦਰ ਕੀਤਾ ਤੇ ਬੜੇ ਪ੍ਰੇਮ ਨਾਲ ਪੁੱਛਿਆ ਕਿ ਭਾਈ ਤੂੰ ਕੰਮ ਕੀ ਕਰ ਸਕਦਾ ਹੈ, ਕਿਹੜੇ ਕੰਮ ਨਾਲ ਤੇਰਾ ਗੁਜ਼ਾਰਾ ਚੱਲਦਾ ਹੈ, ਤੂੰ ਕੀ ਜਾਣਦਾ ਹੈ। ਤਾਂ ਸੱਤੇ ਨੇ ਕਿਹਾ ਜੀ ਸਤਿਗੁਰੂ ਮੈਂ ਰਬਾਬੀ ਹਾਂ, ਕਈ ਪੁਸ਼ਤਾਂ ਤੋਂ ਰਾਗ ਕਰਨ ਦਾ ਹੀ ਖਾਨਦਾਨੀ ਪੇਸ਼ਾ ਹੈ। ਸਤਿਗੁਰੂ ਜੀ ਕਹਿਣ ਲੱਗੇ ਚੰਗਾ, ਸਾਡੇ ਕੋਲ ਇੱਥੇ ਠਹਿਰ ਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾ ਦਿਆ ਕਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚੋਂ ਤੇਰੀ ਸਭ ਮਨੋਕਾਮਨਾ ਪੂਰੀ ਹੋਵੇਗੀ। ਪਰ ਗਾਉਣੀ ਗੁਰਬਾਣੀ ਹੋਈ ਹੈ, ਮਰਾਸੀ ਬਣਾਣੀ ਦਿਖਾਉਣਾ, ਰੱਬ ਦੀ ਸਿਫਤ ਗਾਉਣੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦਾ ਕੀਰਤਨ ਕਰਨਾ ਹੈ। ਸਤਿਗੁਰਾਂ ਦਾ ਬਚਨ ਸੁਣ ਕੇ ਸੱਤਾ ਸਤਿਗੁਰਾਂ ਦੇ ਕੋਲ ਠਹਿਰ ਗਿਆ। ਸਤਿਗੁਰਾਂ ਨੇ ਭਾਈ ਸਾਲੋ ਦੀ ਧਰਮਸ਼ਾਲਾ ਦੇ ਕੋਲ ਰਹਿਣ ਲਈ ਜਗ੍ਹਾ ਵੀ ਦੇ ਦਿੱਤੀ, ਫਰੀ ਦੇ ਵਿੱਚ, ਖਾਣਾ ਵੀ ਫਰੀ ਲੰਗਰ ਚੋਂ ਤੇ ਰਹਿਣਾ ਵੀ ਫਰੀ ਦੇ ਦਿੱਤਾ। ਇਹ ਜਿਹੜਾ ਭਾਈ ਸਾਲੋ ਦਾ ਟੋਭਾ ਧਰਮਸ਼ਾਲਾ ਹੈ, ਇਹ ਹਾਲ ਗੇਟ ਤੇ ਜਿਹੜਾ ਖਜ਼ਾਨਾ ਗੇਟ ਹੈ ਉਹਦੇ ਵਿਚਕਾਰ ਜੇ ਸ਼ਹਿਰ ਦੇ ਅੰਦਰ ਵਾਰ ਪੈਂਦਾ ਹੈ। ਇੱਥੇ ਸੱਤੇ ਨੇ ਗੁਰੂ ਦੇ ਦਰਸ਼ਨ ਤੋਂ ਸੁਖ ਪਾਇਆ ਤੇ ਸਤਿਗੁਰਾਂ ਦੀ ਆਗਿਆ ਅਨੁਸਾਰ ਆਪਣੇ ਗੁਣ ਨੂੰ ਵਾਹਿਗੁਰੂ ਦਾ ਜਸ ਕਰਨ ਵਿੱਚ ਵਰਤਿਆ। ਉਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ 'ਚ ਧੱਕੇ ਧੁੱਕੇ ਖਾਂਦਾ, ਦੂਰ ਦੁਰਾਡੇ ਫਿਰਦਾ ਤੁਰਦਾ ਆਇਆ। ਗੁਣ ਦਾ ਗਾਹਕ ਪਰ ਕੋਈ ਨਾ ਮਿਲਿਆ। ਕਹਿੰਦੇ ਨੇ ਕਿ ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲੱਖ ਵਿਕਾਏ। ਬਿਨਾਂ ਗਾਹਕ ਤੋਂ ਗੁਣ ਦਾ ਮੁੱਲ ਨਹੀਂ ਪੈਂਦਾ। ਜੇ ਗੁਣਾਂ ਦਾ ਗਾਹਕ ਮਿਲ ਜਾਏ ਤਾਂ ਲੱਖਾਂ 'ਚ ਗੁਣ ਵਿਕਦਾ ਹੈ। ਉਹਦੇ ਗੁਣ ਦੀ ਕਿਸੇ ਕਦਰ ਨਾ ਪਾਈ। ਜਦੋਂ ਪ੍ਰਦੇਸ਼ ਵਿੱਚ ਵੀ ਜੀਵਨ ਦੀਆਂ ਲੋੜਾਂ ਵਾਸਤੇ ਧਨ ਦੀ ਪ੍ਰਾਪਤੀ ਨਾ ਹੋਈ ਤਾਂ ਬਲਵੰਡ ਨੂੰ ਘਰ ਦਾ ਮੋਹ ਵਾਪਸ ਮੋੜ ਲਿਆ। ਆ ਕੇ ਘਰ ਦਾ ਹਾਲ ਕੋਈ ਸੁਧਰਿਆ ਵੇਖਿਆ, ਘਰ ਇਕੱਠਾ ਹੀ ਸੀਗਾ ਤੇ ਮਨ 'ਚ ਬੜੀ ਪ੍ਰਸੰਨਤਾ ਹੋਈ। ਭਰਾ ਦੇ ਸੁਖੀ ਜੀਵਨ ਦਾ ਕਾਰਨ ਲੱਭਦਿਆਂ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਵਾਰਸ ਸ੍ਰੀ ਗੁਰੂ ਨਾਨਕ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਗਿਆ। ਸੱਤੇ ਦੇ ਮਨ ਦੇ ਸਰੀਰ ਦੇ ਦਰਿਦਰ ਦੂਰ ਹੋ ਗਏ ਨੇ। ਸਰੀਰ ਦੀਆਂ ਲੋੜਾਂ ਪੂਰੀਆਂ ਹੋਣ ਵਿੱਚ ਤੋੜ ਨਹੀਂ ਰਹੀ ਅਤੇ ਮਨ ਨੂੰ ਲੋੜਾਂ ਤੋਂ ਵੱਧ ਤੜਫਣ ਦੀ ਆਦਤ ਵੀ ਨਹੀਂ ਰਹੀ। ਇੱਥੇ ਮਨ ਪ੍ਰਸੰਨ ਹੋਣ ਕਰਕੇ ਚਿਹਰਾ ਖਿੜ ਜਾਂਦਾ ਹੈ। ਘਰਾਂ ਦੇ ਵਿੱਚ 100 ਨਿੰਦਿਆ ਚੁਗਲੀ, ਇੱਧਰ ਉੱਧਰ ਦੀਆਂ ਗੱਲਾਂ ਬਾਤਾਂ, ਕਾਰੋਬਾਰਾਂ 'ਚ ਕਈ ਘਾਟਾ, ਕਮੀਆਂ ਪੇਸ਼ੀਆਂ, ਈਰਖਾਬਾਜੀ। ਗੁਰੂ ਘਰ ਦੇ ਵਿੱਚ ਜੇ ਕੁਛ ਵੀ ਨਾ ਹੋਏ, ਘੱਟੋ ਘੱਟ ਮਨ ਸ਼ਾਂਤ ਜ਼ਰੂਰ ਹੋ ਜਾਂਦਾ ਹੈ। ਤੇ ਮਨ ਦੀ ਸ਼ਾਂਤੀ ਚਾਹੀਦੀ ਹੈ। ਹੋਰ ਕੀ ਚਾਹੀਦਾ ਦੱਸੋ? ਸੁੱਖ ਹੀ ਚਾਹੀਦਾ ਤੋਂ ਮਹਾਰਾਜ ਨੇ ਦਿੱਤਾ ਹੋਇਆ ਹੈ। ਤੇ ਬਸ ਰੱਬ ਦਾ ਨਾਮ ਗਾਈ ਜਾਓ, ਸੁੱਖ ਵਾਹਿਗੁਰੂ ਦਾ ਬਖਸ਼ਿਆ ਹੋਇਆ। ਇਹ ਭਰਾ ਨੂੰ ਸੁਖੀ ਵੇਖ ਕੇ ਇਹ ਵੀ ਆਪਣੇ ਭਰਾ ਦੇ ਪਾਸ ਪਹੁੰਚ ਕੇ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੜੇ ਨਿਮਰਤਾ ਭਰੇ ਬਚਨਾਂ ਨਾਲ ਵਡਿਆਈ ਕਰਦਾ ਹੋਇਆ ਆਇਆ। ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਨੇ ਪੰਕਤੀਆਂ ਲਿਖੀਆਂ ਨੇ, ਆਪਾਂ ਤੁਹਾਨੂੰ ਉਸੇ ਤਰ੍ਹਾਂ ਪੜ੍ਹ ਕੇ ਸੁਣਾਉਂਦੇ ਹਾਂ। ਆਯੂ ਨਿਜ ਦੁਆਰੀ, ਦਇਆ ਕਲਪਤਰ ਥਾਰੀ ਭਾਰੀ। ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀਓ, ਤੁਸੀਂ ਕਲਪ ਬ੍ਰਿਕਸ਼ ਦੀ ਤਰ੍ਹਾਂ ਬੜੇ ਭਾਰੀ ਸੋਹਣੇ ਸੁਭਾਅ ਵਾਲੇ ਹੋ। ਇਸ ਲਈ ਤੁਹਾਨੂੰ ਦਿਆਲੂ ਜਾਣਗੇ,
ਜਿਹੜਾ ਬਲਵੰਡ ਹੈ ਉਹ ਕਹਿਣ ਲੱਗਾ ਜੀ ਮੈਂ ਤੁਹਾਡੇ ਗੁਰਦੁਆਰੇ ਆਇਆ ਹਾਂ। ਬਿਦਰ ਬਿਲੰਦ ਦੀਨ ਦਰਦ ਬਿਦਾਰੋ। ਮਹਾਰਾਜ ਬਿਰਧ ਬੁਲੰਦ ਆਪ ਜੀ ਦਾ ਜਿਹੜਾ ਸੁਭਾਅ ਹੈ ਬੜਾ ਭਾਰੀ ਦਿਆਲੂ ਕਿਰਪਾਲੂ ਹੈ। ਦੁਖੀਆਂ ਦੇ ਗਰੀਬਾਂ ਦੇ ਦਰਦਾਂ ਨੂੰ ਤੁਸੀਂ ਨਾਸ਼ ਕਰ ਦਿੰਦੇ ਹੋ। ਦ੍ਰੋਪਦੀ ਉਧਾਰੀ ਗਜ ਗ੍ਰਾਹ ਤੇ ਛੁਟਾਰੀ। ਆਪ ਨੇ ਦ੍ਰੋਪਦੀ ਦਾ ਉਧਾਰ ਕੀਤਾ ਅਤੇ ਜਿਹੜਾ ਗਜੇਂਦਰ ਹਾਥੀ ਸੀਗਾ ਹਰੀ ਹਰ ਖੇਤਰ ਤੇ ਜਦ ਨਹਾਉਣ ਵਾਸਤੇ ਵੜਿਆ ਤਾਂ ਉਹਨੂੰ ਤੰਦੂਏ ਨੇ ਤਾਰਾਂ ਪਾ ਕੇ ਤੇ ਕਾਬੂ ਕਰ ਲਿਆ। ਫਿਰ ਆਪਨੇ ਹੀ ਸੁਦਰਸ਼ਨ ਚੱਕਰ ਕਰ ਧਰੇ ਚੱਕਰ ਬੈਕੁੰਠ ਦੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ ਉਹ ਹਾਥੀ ਨੂੰ ਵੀ ਤੁਸੀਂ ਹੀ ਛੁਡਾਇਆ। ਈਰ ਰਾਖਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ। ਜਦ ਦੇਵਤਿਆਂ ਦੇ ਵੈਰ ਪਿਆ ਦੈਂਤਾਂ ਨੂੰ ਵੇਖਿਆ ਤਾਂ ਉਹਨਾਂ ਰਾਖਸ਼ਾਂ ਦੀ ਭੀੜ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮਾਰ ਕੇ ਬਿਦਾਰ ਦਿੱਤੀ, ਖਤਮ ਕਰ ਦਿੱਤੀ। ਜਾਂ ਚੰਡੀ ਦੇ ਰੂਪ ਦੇ ਵਿੱਚ ਆਪਨੇ ਹੀ ਸ਼ਕਤੀ ਵਰਤਾਈ। ਪ੍ਰਹਿਲਾਦ ਮੋਚਨ ਬਿਲੋਚਨ ਸੋ ਪੁੰਡਰੀਕ। ਇਹ ਮਹਾਰਾਜ ਆਪਨੇ ਭਗਤ ਪ੍ਰਹਿਲਾਦ ਨੂੰ ਹਰਨਾਕਸ਼ ਦੀਆਂ ਨੌਂਦਰਾਂ ਤੋਂ ਬਚਾਉਣਾ ਕੀਤਾ ਤੇ ਆਪ ਦੀਆਂ ਨੌਂਦਰਾਂ ਨਾਲ ਉਹਦਾ ਜਿਹੜਾ ਪੇਟ ਸੀਗਾ ਉਹਨੂੰ ਪਾੜ ਸੁੱਟਿਆ। ਇਸ ਤਰ੍ਹਾਂ ਉਹਦੀ ਰਕਸ਼ਾ ਕੀਤੀ। ਊਚ ਬਾਲਮੀਕ ਜਸ ਸੋਜ ਕੀਓ ਚਾਰੋ ਹੋ। ਅਤੇ ਬਾਲਮੀਕ ਇੱਕ ਨੀਵੀਂ ਜਾਤ ਦਾ ਸੀਗਾ ਤੇ ਉਹਨੂੰ ਬੜਾ ਪ੍ਰਗਟ ਕਰਕੇ ਤੇ ਉਹਦਾ 4 ਕੁੰਡਾਂ ਦੇ ਵਿੱਚ ਜਸ ਫੈਲਾ ਦਿੱਤਾ। ਵੇਖੋ ਉਹਦੇ ਕਰਕੇ ਜਗ ਸੰਪੂਰਨ ਹੋਇਆ ਤੇ ਉਹਨੇ ਰਮਾਇਣ ਲਿਖੀ। ਗਨਕਾਗਿਨੀ ਹੈ ਕੌਣ ਤੀਰਥ ਪਰਸ ਆਈ। ਜਿਹੜੀ ਗਣਕਾ ਇੱਕ ਵੇਸਵਾ ਸੀਗੀ ਉਹ ਕਿਹੜੇ ਤੀਰਥਾਂ ਨੂੰ ਬਰਸ ਕੇ ਆਈ ਸੀ? ਉਹ ਰਾਮ ਦਾ ਨਾਮ ਜਪਣ ਕਰਕੇ ਤੂੰ ਪਵਿੱਤਰ ਕਰ ਦਿੱਤੇ। ਜੈਸਾ ਏ ਉਧਾਰੇ ਤੈਸੇ ਮੋਹੇ ਕੋ ਉਧਾਰੇ ਹੋ। ਜਿਸ ਤਰ੍ਹਾਂ ਇਹਨਾਂ ਦਾ ਆਪਨੇ ਉਧਾਰ ਕੀਤਾ ਇਸੇ ਤਰ੍ਹਾਂ ਮੈਨੂੰ ਵੀ ਤੁਸੀਂ ਕਿਰਪਾ ਕਰਕੇ ਉਧਾਰ ਦਿਓ ਜੀ। ਸਤਿਗੁਰੂ ਜੀ ਬਲਵੰਡ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਕਿ ਹੇ ਬਲਵੰਡ ਤੂੰ ਵੀ ਆਪਣੇ ਭਰਾ ਵਾਂਗ ਵਾਹਿਗੁਰੂ ਦਾ ਜਸ ਕਰਿਆ ਕਰ, ਕੀਰਤਨ ਦੁਆਰਾ ਸੰਗਤਾਂ ਨੂੰ ਸੁਣਾਇਆ ਕਰ। ਗੁਰੂ ਘਰ ਦੀ ਇਹ ਮਰਿਆਦਾ ਹੀ ਹੈ। ਹਰੇਕ ਨੂੰ ਇਹੀ ਉਪਦੇਸ਼ ਦਿੱਤਾ ਜਾਂਦਾ। ਜਗਰਾਉਂ ਦੇ ਕੋਲ ਭਿੰਡਰਾ ਪਿੰਡ ਹੈ। ਭਿੰਡਰਾ ਬਾਬਾ ਸੁੰਦਰ ਸਿੰਘ ਜੀ ਉਸੇ ਨਗਰ ਦੇ ਹੋਏ ਨੇ ਜਿਨ੍ਹਾਂ ਨੇ ਆਪ ਦੀ ਜ਼ਮੀਨ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਅਕਾਲ ਕੁਟੀਆ। ਹੁਣ ਉਹਦਾ ਨਾਮ ਹੈ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ। 100 ਦੇ ਕਰੀਬ ਸਿੰਘੂ ਰੱਖਦੇ। ਕਈ ਵਾਰ ਵਿਚਰਦਿਆਂ ਹੋਇਆਂ ਉੱਥੇ ਵੀ ਉਹਨਾਂ ਦੀ ਸੇਵਾ ਸੰਭਾਲ ਕਰਦੇ। ਕਥਾ ਕੀਰਤਨ ਦੇ ਦੁਆਰਾ ਸੰਗਤਾਂ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਚਾਰ ਕਰਿਆ ਕਰਦੇ। ਉੱਥੋਂ ਦੇ ਮਿਸਤਰੀ ਨੇ ਮਿਸਤਰੀ ਹੁਣ ਤਾਂ ਕਾਫੀ ਨੇ ਉੱਥੇ। ਮਹਿੰਦਰ ਸਿੰਘ ਦੇ ਦਾਦੇ ਪੜਦਾਦੇ ਮਿਸਤਰੀ ਮਹਿੰਦਰ ਸਿੰਘ ਦੇ ਦਾਦੇ ਪੜਦਾਦੇ ਬਾਬਾ ਸੁੰਦਰ ਸਿੰਘ ਜੀ ਦੇ ਕੋਲ ਆਏ। ਕਹਿੰਦੇ ਬਾਬਾ ਜੀ ਸਾਡਾ ਗੁਜ਼ਾਰਾ ਨਹੀਂ ਚੱਲਦਾ। ਮਿਸਤਰੀਆਂ ਦਾ ਕੰਮ ਕੀ ਹੁੰਦਾ? ਕਿਸੇ ਦੀ ਗੁੱਲੀ ਕੱਢ ਦੇਣੀ, ਕਿਸੇ ਦਾ ਡੰਡਾ ਕੱਢ ਦੇਣਾ, ਕਿਸੇ ਦੀ ਦਾਤੀ ਦੇ ਦੰਦੇ ਕੱਢ ਦੇਣੇ। ਤੇ ਪੁਰਾਣੇ ਸਾਡੇ ਕੋਲ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਸੀ? ਅਗਲੇ ਨੇ ਕਹਿਣਾ ਕੋਈ ਨਹੀਂ ਤੂੰ ਕੰਮ ਕਰੀ ਜਾ ਸਾਡਾ, 6 ਮਹੀਨਿਆਂ ਬਾਅਦ ਦਾਣੇ ਆਉਣਗੇ ਤੇ ਦਾਣਾ ਫੱਕਾ ਤੂੰ ਆਪਦਾ ਸਰਦਾ ਪੁਰਦਾ ਲੈ ਲਈ ਬਈ। 6 ਮਹੀਨਿਆਂ ਬਾਅਦ ਦਾਣੇ ਮਿਲਣੇ, ਝੋਨਾ ਕਣਕ ਆਦਿਕ। ਤੇ ਮਾਇਆ ਕਿੱਥੇ ਹੱਥ ਆਉਂਦੀ ਸੀਗੀ? ਉਹੀ ਮਾੜਾ ਮੋਟਾ ਦੁਕਾਨ ਦੇ ਸੁੱਟ ਸੱਟ ਕੇ ਆਪਦਾ ਕਰਜ਼ਾ ਲਾਉਣਾ, ਸੌਦਾ ਪਤਾ ਉਸੇ ਨਾਲ ਹੀ। ਤੂੰ ਅਸੀਂ ਦਾਣੇ ਲੈ ਕੇ ਬਰਫ ਵਾਲੇ ਕੋਲੇ ਕੁਲਫੀਆਂ ਤੇ ਤਾਂਬਾ ਉਹ ਕੱਢ ਕੇ ਬਲਬਾਂ ਚੋਂ ਤੇ ਵੇਚ ਕੇ ਪਤੀਸਾ ਖਾਂਦੇ ਰਹੇ। ਪੈਸਾ ਥੋੜ੍ਹਾ ਮਿਲਦਾ ਸੀਗਾ। 10 ਪੈਸੇ 5 ਪੈਸੇ ਦੁੱਖੀ ਤਿੱਖੀ। ਪੁਰਾਣਾ ਸਮਾਂ ਕੁਝ ਇਸ ਤਰ੍ਹਾਂ ਦਾ ਸੀ। ਕਹਿੰਦੇ ਬਾਬਾ ਜੀ ਭੁੱਖੇ ਮਰਦੇ ਆ, ਰੋਟੀ ਜੋਗੇ ਵੀ ਪੈਸੇ ਗੁਜ਼ਾਰਾ ਨਹੀਂ ਚੱਲਦਾ, ਕਿਰਪਾ ਕਰੋ।
ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਹਿਣ ਲੱਗੇ, ਗੁਰਮੁਖੋ ਗੁਰਦੁਆਰੇ ਦਾ ਕੰਮ ਕਰਿਆ ਕਰੋ। ਕਹਿੰਦੇ ਦੱਸੋ ਜੀ। ਕਹਿੰਦੇ ਅੰਮ੍ਰਿਤ ਸੰਚਾਰ ਹੁੰਦਾ ਹੈ, ਸਿੰਘ ਗਾਤਰੇ ਕਿਰਪਾਨਾਂ ਪਾਉਂਦੇ ਨੇ, ਤੁਸੀਂ ਸਿੰਘਾਂ ਨੂੰ ਕਿਰਪਾਨਾਂ ਬਣਾ ਕੇ ਦਿਆ ਕਰੋ, ਇੱਥੇ ਦੁਕਾਨ ਲਾ ਲਿਆ ਕਰੋ, ਜੋ ਤੁਹਾਡਾ ਸਰਦਾ ਬਣਦਾ ਮਾਇਆ ਧੇਲਾ ਸਿੰਘ ਤੁਹਾਨੂੰ ਦੇ ਦਿਆ ਕਰਨਗੇ, ਤੇ ਕਿਰਪਾਨਾਂ ਬਣਾਉਣ ਦਾ ਕੰਮ ਸ਼ੁਰੂ ਕਰੋ। ਛੋਟੀਆਂ ਗਾਤਰੇ ਵਾਲੀਆਂ ਕਿਰਪਾਨਾਂ ਉਹ ਜਿਉਂ ਬਣਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨਾਂ ਦੇ ਇੰਨੇ ਵਾਰੇ ਨਿਆਰੇ ਨੇ ਭਈ 10-15 ਹਜ਼ਾਰ ਤੋਂ ਘੱਟ ਤਾਂ ਕਿਰਪਾਨ ਦਿੰਦੇ ਹੀ ਨਹੀਂ। 25-25, 30-30, 35-35 ਹਜ਼ਾਰ ਦੀਆਂ ਛੋਟੀਆਂ ਕਿਰਪਾਨਾਂ ਗਾਤਰੇ ਵਾਲੀਆਂ। ਉਹਨਾਂ ਦਾ ਨਾਮ ਹੈ ਟਕਸਾਲੀ। ਕਈ ਸਾਨੂੰ ਬੁਰਾ ਕਹਿੰਦੇ ਨੇ, ਭੰਡਦੇ ਨੇ ਵੀ ਵੇਖੋ ਟਕਸਾਲੀਆਂ ਨੇ ਕਿੰਨੇ ਰੇਟ ਵਧਾਏ ਹੋਏ ਨੇ। ਟਕਸਾਲੀ ਦਾ ਮਤਲਬ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਨਹੀਂ। ਟਕਸਾਲੀ ਮੀਨਿੰਗ ਜਿਹਦੇ ਚੀਜ਼ ਘੜੀ ਜਾਏ, ਹੱਥਾਂ ਦੇ ਨਾਲ ਚੀਜ਼ ਬਣਾਈ ਜਾਏ। ਉਹ ਕਿਰਪਾਨਾਂ ਹੱਥਾਂ ਨਾਲ ਬਣਾਉਂਦੇ ਨੇ। ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਵਰਤਣ ਲੱਗ ਪੈਂਦੇ। ਮਤਲਬ ਬਣੀਆਂ ਮਹਿੰਦਰ ਸੋ ਮਿਸਤਰੀ ਦੀਆਂ ਹੁੰਦੀਆਂ ਨੇ, ਟਕਸਾਲ ਦੀਆਂ ਨਹੀਂ। ਉਹ ਨਾਮ ਟਕਸਾਲੀ ਹੈ, ਗੁਰਦੁਆਰੇ ਦੀਆਂ ਨਹੀਂ। ਉਹ ਮਿਸਤਰੀਆਂ ਨੂੰ ਵਾਰ ਹੋਇਆ ਮਹਾਂਪੁਰਖਾਂ ਦਾ। ਤੇ ਲੋਕ ਬਾਹਰਲੇ ਦੇਸ਼ਾਂ ਦੇ ਲੈਣ 'ਚ ਲੱਗੇ ਹੁੰਦੇ ਨੇ। ਸਾਡੇ ਵਰਗੇ ਗਰੀਬਾਂ ਦੀ ਵਾਰੀ ਕਿੱਥੋਂ ਹੁੰਦੀ ਹੈ? ਅਗਲੇ ਪਹਿਲਾਂ ਹੀ ਕਹਿੰਦੇ ਵੀ ਚੁੱਕੋ 50,000 ਰੁਪਈਆ ਤੇ ਸਾਨੂੰ ਪਹਿਲੇ ਨੰਬਰ ਦੀ ਕਿਰਪਾਨ ਬਣਾ ਕੇ ਦਿਓ। ਇੰਨੇ ਉਹਨਾਂ ਦੀ ਚੜ੍ਹਦੀ ਕਲਾ ਬਾਰੇ ਨਿਆਰੇ ਨੇ। ਮਤਲਬ ਗੁਰੂ ਘਰ ਦੇ ਵਿੱਚ ਘਾਟਾ ਕੋਈ ਨਹੀਂ, ਲਾਭ ਹੀ ਲਾਭ ਹੈ। ਇਹ ਬੰਦੇ ਦੇ ਮਨ 'ਚ ਭੁਲੇਖਾ ਹੈ ਵੀ ਸ਼ਾਇਦ ਮੈਨੂੰ ਘਾਟਾ ਪੈ ਰਿਹਾ। ਵੱਡੇ ਮਹਾਂਪੁਰਖ ਜਿਹੜਾ ਵੀ ਕੋਈ ਆਉਂਦਾ ਕਹਿੰਦੇ ਭਾਈ ਕਥਾ ਸਿੱਖੋ, ਕੀਰਤਨ ਕਰਿਆ ਕਰੋ, ਕਥਾ ਕਰਿਆ ਕਰੋ। ਤੋ ਜੋ ਜੋ ਵੀ ਮਹਾਂਪੁਰਖਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਗੁਰਮੁਖ, ਕੋਈ ਅਮਰੀਕਾ, ਕੋਈ ਕੈਨੇਡਾ, ਸਭਨਾਂ ਦੀਆਂ ਚੜ੍ਹਦੀਆਂ ਕਲਾ ਨੇ। ਮੇਰੇ ਵੇਖਣ ਦੇ ਵਿੱਚ ਇੱਕ ਧੀਰਾ ਰਾਗੀ ਹੁੰਦਾ ਸੀ। ਧੀਰਾ ਰਾਗੀ ਭਾਈ ਰਣਧੀਰ ਸਿੰਘ ਜੀ। ਜਿੰਨਾ ਚਿਰ ਮੈਂ ਰਿਹਾ ਉਹਨਾਂ ਚਿਰ ਜਥੇ 'ਚ ਕੀਰਤਨ ਕਰਦਾ ਰਿਹਾ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਵਿੱਚ ਉਹਦੀ ਚੜ੍ਹਦੀ ਕਲਾ ਰਹੀ। ਜਦ ਮੈਂ ਅਮਰੀਕਾ ਗਿਆ, ਗੁਰਦੁਆਰਾ ਸਿੰਘ ਸਭਾ ਸਿਆਟਲ ਰੈਂਟਨ, ਤਾਂ ਉੱਥੇ ਉਹਨੇ ਕਈ ਵਾਰ ਹਫ਼ਤੇ 10-15 ਦਿਨਾਂ ਬਾਅਦ ਆਉਣਾ ਤੇ ਕਹਿਣਾ ਵੀ ਕੀਰਤਨ ਦਾ ਟਾਈਮ ਦਿਓ, ਭੇਟਾ ਕੋਈ ਨਹੀਂ ਲੈਣੀ। ਜਿੰਨੇ ਵਾਜੇ ਦੇ ਪੈਸੇ ਉਹਨੇ ਸਾਰੇ ਚੁੱਕ ਕੇ ਗੋਲ ਕੇ ਸੁੱਟ ਦੇਣੇ ਵੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ, 1 ਰੁਪਈਆ ਵੀ ਗੁਰਦੁਆਰੇ ਤੋਂ ਨਹੀਂ ਲੈਣਾ। ਔਰ ਕੀਰਤਨ ਇੰਨਾ ਸੋਹਣਾ, ਅੱਖਾਂ ਬੰਦ ਕਰਕੇ ਜਿੰਨਾ ਚਿਰ ਕਰਨਾ, ਮਜਾ ਲੈ ਕੇ ਉੱਠ ਕੇ ਚਲਾ ਜਾਏ। ਸਭਨਾਂ ਦੇ ਦਿਲ ਆਪਦੀ ਮੁੱਠੀ 'ਚ ਰੱਖਣੇ। ਇੰਨੀ ਮਹਾਰਾਜ ਦੀ ਕਿਰਪਾ ਕੀਰਤਨੀਆਂ ਦੇ ਉੱਪਰ। ਤੇ ਜਿਨ੍ਹਾਂ ਆਸਾ ਦੀ ਵਾਰ ਲਾਈ ਹੈ, ਮੇਰੇ ਵੇਖਦੇ ਆ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਉਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ, ਇੱਥੇ ਘਾਟਾ ਕੋਈ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਵੀ ਹੁਕਮ ਕੀਤਾ ਕਿ ਤੂੰ ਵੀ ਵਾਹਿਗੁਰੂ ਦਾ ਜਸ ਕੀਰਤਨ ਦੁਆਰਾ ਸੰਗਤਾਂ ਨੂੰ ਸੁਣਾਇਆ ਕਰ। ਜਿਸ ਤਰ੍ਹਾਂ ਤੇਰੇ ਭਰਾ ਦੀ ਚੜ੍ਹਦੀ ਕਲਾ ਹੋਈ, ਤੇਰੇ ਵੀ ਦੁੱਖ ਦੂਰ ਹੋਣਗੇ। ਕਿਉਂਕਿ ਤੁਹਾਡੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸਾਂਝ ਚੱਲੀ ਆ ਰਹੀ ਹੈ। ਪਹਿਲੇ ਸਤਿਗੁਰਾਂ ਦੀ ਹਜ਼ੂਰੀ 'ਚ ਭਾਈ ਮਰਦਾਨਾ ਜੀ ਕੀਰਤਨ ਕਰਦੇ ਹੁੰਦੇ ਸੀ। ਦੂਸਰੇ ਗੁਰਾਂ ਵੇਲੇ ਭਾਈ ਦਾਨਾ ਕੀਰਤਨ ਕਰਦਾ ਸੀ। ਤੀਸਰੇ ਤੇ ਚੌਥੇ ਗੁਰਾਂ ਵੇਲੇ ਭਾਈ ਦਾਲਾ ਰਬਾਬੀ ਕੀਰਤਨ ਕਰਦਾ ਸੀ। ਹੁਣ ਤੁਸੀਂ ਕੀਰਤਨ ਕਰਨ ਲਈ ਆ ਗਏ ਹੋ। ਸਤਿਗੁਰਾਂ ਦਾ ਹੁਕਮ ਮੰਨ ਕੇ ਬਲਵੰਡ ਨੇ ਸਤਿਗੁਰਾਂ ਦੇ ਅੱਗੇ ਸੀਸ ਨਿਵਾਇਆ। ਸਤਿਗੁਰਾਂ ਨੇ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰ ਦਿੱਤਾ ਹੈ। ਤੇ ਬਲਵੰਡ ਆਪਣੇ ਭਰਾ ਸੱਤੇ ਨਾਲ ਰਲ ਕੇ ਦੀਵਾਨ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਲੱਗਿਆ। ਸਤਿਗੁਰੂ ਜੀ ਨੇ ਸਰੰਦੇ ਦਾ ਸਾਜ਼ ਆਪ ਵਿਅੰਤਿਆ ਤੇ ਬਣਾਇਆ ਸੀ। ਦੀਵਾਨ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਬਣਾਇਆ ਰਬਾਬ ਤੇ ਪੰਚਮ ਪਾਤਸ਼ਾਹ ਜੀ ਦਾ ਸਰੰਦਾ ਤੇ ਜੋੜੀ ਵਜਿਆ ਕਰਦੀ ਸੀ। ਸਰੰਦਾ ਗੁਰੂ ਅਰਜਨ ਸਾਹਿਬ ਨੇ ਆਪ ਬਣਾਇਆ ਤੇ ਆਪ ਮਹਾਰਾਜ ਵਜਾਉਣ ਦੇ ਮਾਹਰ ਸੀਗੇ। ਬਲਵੰਡ ਨੇ ਸਰੰਦੇ ਨੂੰ ਇਸ ਸੁੰਦਰਤਾ ਨਾਲ ਵਜਾਇਆ ਕਿ ਗੁਰੂ ਜੀ ਪ੍ਰਸੰਨ ਹੋ ਗਏ। ਇਹਦੀ ਪੰਡਤਾਈ ਸੰਗਤ ਵਿੱਚ ਪ੍ਰਵੀਨਤਾ ਤੇ ਮਿੱਠੀ ਸੁਰ ਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਬਲਵੰਡ ਨੂੰ ਰਾਏ ਦਾ ਖਿਤਾਬ ਦਿੱਤਾ। ਰਾਏ ਦਾ, ਰਾਏ ਕਹਿੰਦੇ ਨੇ ਪਾਤਸ਼ਾਹ ਨੂੰ, ਰਾਜੇ ਨੂੰ। ਸੋ ਗੁਰੂ ਘਰ ਦੇ ਕੀਰਤਨੀਆਂ ਨੂੰ ਮਹਾਰਾਜ ਨੇ ਪਾਤਸ਼ਾਹ ਕਹਿ ਕੇ ਨਵਾਜਿਆ।
ਅੱਗੋਂ ਤੋਂ ਬਲਵੰਡ ਦੀ ਥਾਂ ਰਾਏ ਬਲਵੰਡ ਕਹਿ ਕੇ ਬੁਲਾਉਣ ਲੱਗੇ। ਸਤਿਗੁਰੂ ਜੀ ਦੇ ਪਿਆਰ ਤੇ ਦਇਆ ਦ੍ਰਿਸ਼ਟੀ ਕਰਕੇ ਸੰਗਤਾਂ 'ਚ ਦੋਵੇਂ ਭਰਾਵਾਂ ਦਾ ਜਸ ਹੋਣ ਲੱਗ ਪਿਆ। ਜੋ ਵੀ ਪ੍ਰੇਮੀ ਸਿੱਖ ਸਤਿਗੁਰਾਂ ਦੀ ਦੀਦਾਰ ਕਰਨ ਆਉਂਦਾ ਤੇ ਪਤਾ ਲੱਗਣ ਦੇ ਕਿ ਸਤਿਗੁਰੂ ਜੀ ਸੱਤੇ ਤੇ ਰਾਏ ਬਲਵੰਡ ਦੇ ਕੀਰਤਨ ਦੇ ਬਹੁਤ ਪ੍ਰਸੰਨ ਨੇ, ਤਾਂ ਉਹਨਾਂ ਨੂੰ ਵੀ ਸਤਿਕਾਰ ਦੇ ਕੇ ਕੁਝ ਭੇਟਾ ਸਿੱਖ ਦੇ ਦਿੰਦੇ। ਗੁਣ ਦੀ ਕਦਰ ਤੇ ਪਦਾਰਥਾਂ ਦੀ ਪ੍ਰਾਪਤੀ ਦਾ ਪਿਆਰ ਤਾਂ ਹਿਰਦੇ ਵਿੱਚ ਸੀ। ਇਹ ਦੋਵੇਂ ਚੀਜ਼ਾਂ ਸਤਿਗੁਰਾਂ ਦੀ ਕਿਰਪਾ ਕਰਕੇ ਸੱਤੇ ਤੇ ਰਾਏ ਬਲਵੰਡ ਨੂੰ ਮਿਲ ਰਹੀਆਂ ਸਨ। ਇਹ ਦੋਵੇਂ ਚੀਜ਼ਾਂ ਮਿਲਣ ਕਾਰਨ ਵੀ ਪੂਰਬਲੇ ਕਰਮਾਂ ਕਰਕੇ ਦੋਵੇਂ ਭਰਾ ਚੰਗਾ ਖਿਆਲ ਨਾ ਲਿਆਏ, ਸਗੋਂ ਇਹਨਾਂ ਦੀ ਮੱਤ ਮਾਰੀ ਗਈ ਤੇ ਗੁਣ ਦੀ ਹੰਗਤਾ ਕਰਨ ਲੱਗੇ। ਗੁਰੂ ਘਰ ਦੀਆਂ ਰੋਟੀਆਂ ਦੇ 3 ਕੰਮ ਕਰੇਨ, ਮੱਤ ਮਾਰਨ ਹੱਡ ਗਾਲਣ ਤੇ ਕੰਮ ਕਰਨ ਨਾ ਦੇਣ। ਜਿਹੜਾ ਬਾਣੀ ਨਾ ਪੜ੍ਹੇ, ਇੱਕ ਤਾਂ ਡਿਊਟੀ ਹੁੰਦੀ ਹੈ, ਇੱਕ ਆਪ ਦਾ ਪਰਸਨਲ ਨਿਤਨੇਮ, ਸ਼ਰਧਾ ਭਾਵਨਾ ਪਿਆਰ ਵੀ ਹੋਣਾ ਚਾਹੀਦਾ ਥੋੜ੍ਹਾ ਬਹੁਤਾ। ਸੋ ਗੁਰੂ ਸਾਹਿਬ ਦੀ ਬੰਦਗੀ ਭਗਤੀ ਕਰਕੇ ਆਪ ਦੀ ਅਰਦਾਸ ਵੀ ਕਰਨੀ। ਤੋ ਇੰਜ ਬਹੁਤੀ ਮਾਇਆ ਪਦਾਰਥ ਹੋਣ ਕਰਕੇ ਸੁੱਖ ਲੈਣ ਲੱਗ ਪਏ। ਬਸ ਆਪ ਦਾ ਡਿਊਟੀ ਨਿਭਾਉਣੀ ਤੇ ਚੜ੍ਹਦੀ ਕਲਾ। ਗੁਣਾਂ ਦੀ ਹੰਗਤਾ ਕਰਨ ਲੱਗੇ ਕਿ ਜੇ ਅਸੀਂ ਰਾਗ ਵਿਦਿਆ ਗਾਉਂਦੇ ਹਾਂ ਤਾਂ ਹੀ ਸੰਗਤਾਂ ਜ਼ਿਆਦਾ ਆਉਂਦੀਆਂ ਨੇ ਤੇ ਗੁਰੂ ਦਾ ਜਸ ਹੁੰਦਾ ਹੈ। ਜੇ ਅਸੀਂ ਰਾਗ ਵਿਦਿਆ ਨਾ ਗਾਈਏ ਤਾਂ ਲੋਕ ਇਹਨੇ ਮੋਹਿਤ ਹੋ ਕੇ ਗੁਰਦੁਆਰੇ ਤਰਫ ਕਿਵੇਂ ਤੁਰ ਆਉਣ ਅਤੇ ਲੰਗਰ ਇਮਾਰਤਾਂ ਦੇ ਸ਼ਹਿਰ ਵਿੱਚ ਆ ਕੇ ਲੋਕ ਕਿਵੇਂ ਵੱਸਦੇ ਜਾਣ। ਇਹ ਖਿਆਲ ਦੋਵੇਂ ਭਰਾਵਾਂ ਦੇ ਅੰਦਰ ਹੀ ਘਰ ਕਰਦਾ ਰਿਹਾ, ਸੰਗਤਾਂ ਵਿੱਚ ਪ੍ਰਗਟ ਨਾ ਕੀਤਾ। ਕੁਝ ਸਮੇਂ ਬਾਅਦ ਇਹਨਾਂ ਦੀ ਛੋਟੀ ਭੈਣ ਦਾ ਵਿਆਹ ਆ ਗਿਆ। ਛੋਟੀਆਂ ਭੈਣਾਂ ਧੀਆਂ ਦੇ ਬਰਾਬਰ ਹੁੰਦੀਆਂ ਨੇ। ਦੋਵੇਂ ਭਰਾਵਾਂ ਨੇ ਵਿਚਾਰ ਕੀਤੀ ਕਿ ਭੈਣ ਦਾ ਵਿਆਹ ਇਸ ਤਰੀਕੇ ਨਾਲ ਕਰੀਏ ਕਿ ਇੱਕ ਵਾਰੀ ਲੱਗ ਪਤਾ ਜਾਏ ਦੁਨੀਆ ਨੂੰ, ਸਾਰੇ ਤਾਂਗ ਪੈ ਜਾਏ, ਕਿਉਂਕਿ ਅਸੀਂ 5ਵੇਂ ਪਾਤਸ਼ਾਹ ਦੇ ਦਰਬਾਰ ਦੇ ਕੀਰਤਨੀਏ ਹਾਂ। ਜੇ ਅਸੀਂ ਭੈਣ ਦਾ ਵਿਆਹ ਚੰਗੀ ਤਰ੍ਹਾਂ ਸੱਜ ਧੱਜ ਨਾਲ ਨਾ ਕੀਤਾ ਤਾਂ ਫਿਰ ਸੰਗਤਾਂ ਸਾਡੀ ਇੱਜ਼ਤ ਕਿਵੇਂ ਰਹੇਗੀ। ਫਿਰ ਇਹਨਾਂ ਧਨ ਪਦਾਰਥ ਵੀ ਸਾਡੇ ਕੋਲ ਨਹੀਂ ਹੈ ਜੋ ਭੈਣ ਦਾ ਵਿਆਹ ਚੰਗੇ ਠਾਠ ਬਾਠ ਨਾਲ ਕਰੀਏ। ਤੇ ਆਖਰ ਸੋਚਦਿਆਂ ਇਹ ਵਿਚਾਰ ਫੁਰੀ ਕਿ 5ਵੇਂ ਪਾਤਸ਼ਾਹ ਦੇ ਕੋਲੋਂ ਹੀ ਧਨ ਮੰਗ ਲਈਏ, ਉੱਥੇ ਕਿਸੇ ਚੀਜ਼ ਦੀ ਕੀ ਘਾਟ ਹੈ। ਇਹ ਵਿਚਾਰ ਬਣਾ ਕੇ ਦੋਵੇਂ ਭਰਾ ਸਤਿਗੁਰਾਂ ਦੇ ਦਰਬਾਰ 'ਚ ਜਾ ਕੇ ਬੇਨਤੀ ਕਰਨ ਲੱਗੇ ਕਿ ਇਹ ਸਤਿਗੁਰੂ ਜੀ, ਸਾਡੀ ਭੈਣ ਦੇ ਵਿਆਹ ਦਾ ਕਾਰਜ ਨੇੜੇ ਆ ਗਿਆ ਹੈ। ਹੋਰ ਸਾਰੇ ਵਿਹਾਰ ਤਾਂ ਆਪ ਜੀ ਚਲਾਈ ਜਾਂਦੇ ਹੋ, ਵਿਆਹਾਂ ਸ਼ਾਦੀਆਂ ਦੇ ਮੋਟਾ ਮਾਲ ਚਾਹੀਦਾ, ਬਹੁਤੇ ਪੈਸੇ ਚਾਹੀਦੇ ਹੁੰਦੇ ਨੇ। ਹੁਣ ਸਾਨੂੰ ਸਾਡੀ ਭੈਣ ਦੇ ਵਿਆਹ ਵਾਸਤੇ ਕੁਝ ਮਾਇਆ ਚਾਹੀਦੀ ਹੈ ਤਾਂ ਜੋ ਅਸੀਂ ਪੂਰੇ ਧੂਮ ਧੜਕੇ ਨਾਲ ਭੈਣ ਦੇ ਵਿਆਹ ਦਾ ਕਾਰਜ ਕਰੀਏ। ਸਤਿਗੁਰੂ ਜੀ ਕਹਿਣ ਲੱਗੇ, ਹੇ ਪਿਆਰਿਓ, ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਤੇ ਜਿੰਨਾ ਮੰਗੋਗੇ ਅਸੀਂ ਓਨਾ ਹੀ ਤੁਹਾਨੂੰ ਦੇ ਦੇਵਾਂਗੇ। ਤੁਸੀਂ ਦੱਸੋ ਕਿ ਤੁਹਾਨੂੰ ਕਿੰਨਾ ਪੈਸਾ ਚਾਹੀਦਾ। ਦੋਵਾਂ ਨੇ ਇਸ਼ਾਰੇ ਨਾਲ ਵਿਚਾਰ ਕੀਤੀ ਕਿ ਜੇ ਅਸੀਂ ਆਪਣੇ ਮੂੰਹ ਤੋਂ ਮੰਗ ਕੇ ਲਵਾਂਗੇ ਤਾਂ ਹੋ ਸਕਦਾ ਹੈ ਕਿ ਇੰਨਾ ਧਨ ਸਤਿਗੁਰੂ ਜੀ ਦੇਣ ਭਾਵੇਂ ਨਾ ਦੇਣ। ਗਿਣ ਕੇ ਦੇਣ ਦੇ ਨਾਲ ਥੋੜ੍ਹਾ ਮਹਿਸੂਸ ਹੁੰਦਾ ਕਿਉਂ ਨਾ ਹੋਵੇ ਵਿਸਾਖੀ ਵਾਲੇ ਦਿਨ ਦੀ ਸਾਰੀ ਭੇਟਾ ਹੀ ਮੰਗ ਲਈਏ। ਜਿੰਨਾ ਚੜਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਚੜ੍ਹੇ ਤੇ ਉਹ ਸਾਰੇ ਮੰਗ ਲਈਏ। ਵੈਸੇ ਚੜਾਵਾ ਜ਼ਹਿਰ ਮੰਨਣਾ ਚਾਹੀਦਾ, ਇਕੱਲੇ ਬੰਦੇ ਲਈ ਜ਼ਹਿਰ ਦੀ ਤਰ੍ਹਾਂ ਹੈ। ਸੰਗਤ ਦੀ ਜੇ ਚੜਾਵੇ ਦੀ ਮਾਇਆ ਉਹ ਸੰਗਤ 'ਚ ਹੀ ਵਰਤੀ ਜਾਏ ਤਾਂ ਸੁੱਖ ਰਹਿੰਦਾ ਹੈ। ਜੇ ਇਕੱਲੇ ਦੀ ਨਿਗਾਹ ਖਰਾਬ ਹੋ ਜਾਏ ਫਿਰ ਉਹਦਾ ਜੀਵਨ ਬਰਬਾਦ ਹੋ ਜਾਂਦਾ ਹੈ। ਮਸੰਦਾਂ ਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇਸੇ ਲਈ ਸਾੜਿਆ ਸੀਗਾ ਕਿ ਉਹ ਚੜਾਵਾ ਚੁੱਕਣ ਦੇ ਆਦੀ ਹੋ ਗਏ ਸਨ ਤੇ ਇਸ ਕਰਕੇ ਉਹਨਾਂ ਦਾ ਬੇੜਾ ਬਹਿ ਗਿਆ ਸੀਗਾ। ਉਹ ਸੰਗਤਾਂ ਨੂੰ ਝਿੜਕਾਂ ਦੇਣ ਲੱਗ ਪਏ, ਸੰਗਤਾਂ ਨੂੰ ਦੁਖੀ ਤੰਗ ਪਰੇਸ਼ਾਨ ਕਰਨ ਲੱਗ ਪਏ। ਉਹਨਾਂ ਦੀ ਬੋਲ ਬਾਣੀ ਚੰਗੀ ਨਹੀਂ ਸੀ ਰਹੀ। ਮਾਇਆ ਧਾਰੀਆ ਤੰਨਾ ਬੋਲਾ ਹੋ ਗਏ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਨਾ ਕੀਰਤਨ ਸੁਣਨਾ, ਨਾ ਕਥਾ ਸੁਣਨੀ, ਨਾ ਸੇਵਾ ਕਰਨੀ, ਭਾਂਡੇ ਮਾਂਜਣੇ ਤੇ ਸਮਝਣਾ ਵੀ ਆਪਾਂ ਤਾਂ ਮੁਖੀ ਬਣ ਗਏ। ਗੁਰੂ ਦੀ ਉਮਰ ਛੋਟੀ ਆ, ਅੱਜ ਤਾਂ ਬੁੱਢੇ ਆ, ਬਜ਼ੁਰਗ ਆ। ਮਹਾਰਾਜ ਨੂੰ ਵੀ ਉਹ ਐਵੇਂ ਹੀ ਸਮਝਦੇ ਸੀਗੇ। ਤੇ ਜੋ ਮਾਇਆ ਧੇਲਾ ਪਹਿਲਾਂ ਆਪਦੇ ਘਰ ਨੂੰ ਦੇਣਾ, ਮਾੜਾ ਮੋਟਾ ਕੋਈ ਧੇਲੀ ਪੌਲੀ ਗੁਰਦੁਆਰੇ ਚੜਾ ਦੇਣੀ। ਤੇ ਇੰਜ ਫਿਰ ਮਹਾਰਾਜ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਮੱਤ ਦਿੱਤੀ। ਫੜ ਕੇ ਤੇ ਕੜਾਹੀ ਦੇ ਵਿੱਚ ਸੁੱਟਿਆ। ਉਹ ਅਜੇ ਵੀ ਦੇਹਰਾਦੂਨ ਕੜਾਇਆ ਪਿਆ ਹੋਇਆ ਹੈ। ਇੰਜ ਇਹਨਾਂ ਦਾ ਧਿਆਨ ਚੜਾਵੇ 'ਚ ਹੋ ਗਿਆ, ਜੋ ਮਾੜੀ ਗੱਲ ਸੀਗੀ। ਇਉਂ ਵਿਚਾਰ ਬਣਾ ਕੇ ਕਹਿਣ ਲੱਗੇ ਕਿ ਸਤਿਗੁਰੂ ਜੀ,
ਅਸੀਂ ਇਉਂ ਧਨ ਨਹੀਂ ਲੈਂਦੇ। ਵਿਸਾਖੀ ਦਾ ਜੋੜ ਮੇਲਾ ਕੁਝ ਦਿਨਾਂ ਤੱਕ ਆ ਰਿਹਾ ਹੈ। ਉਸ ਦਿਨ ਦੀ ਸਾਰੀ ਭੇਟਾ ਜਿਹੜੀ ਤੁਹਾਡੇ ਚਰਨਾਂ 'ਚ ਲੋਕ ਚੜਾਉਂਦੇ ਨੇ, ਉਹ ਸਾਨੂੰ ਚੁੱਕ ਕੇ ਦੇ ਦਿਓ, ਸਾਡਾ ਕਾਰਜ ਹੋ ਜਾਏਗਾ। ਸਤਿਗੁਰੂ ਜੀ ਕਹਿਣ ਲੱਗੇ ਕਿ ਕਦੇ ਸੰਗਤ ਜ਼ਿਆਦਾ ਆ ਜਾਂਦੀ ਹੈ, ਕਦੇ ਸੰਗਤ ਥੋੜ੍ਹੀ ਆਉਂਦੀ ਹੈ। ਤੁਸੀਂ ਚੜਾਵੇ ਦੀ ਇੱਛਾ ਨਾ ਰੱਖੋ ਗੁਰਮੁਖੋ, ਜੋ ਕੁਝ ਮੰਗਣਾ ਹੈ ਉਹ ਮੰਗ ਲਵੋ, ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚੋਂ ਸਭ ਕੁਝ ਦਿਆਂਗੇ, ਸ਼ੰਕਾ ਨਾ ਕਰੋ, ਮੰਗੋ ਤਾਂ ਸਹੀ। ਦੋਵੇਂ ਭਰਾਵਾਂ ਨੇ ਵਿਸਾਖੀ ਵਾਲੇ ਦਿਨ ਦਾ ਚੜਾਵਾ ਫਿਰ ਮੰਗ ਲਿਆ ਵੀ ਅਸੀਂ ਤਾਂ ਚੜਾਵਾ ਹੀ ਚੁੱਕਣਾ ਹੈ। ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ ਭਾਈ, ਜਿੰਨੀ ਭੇਟਾ ਹੋਈ ਉਨੀ ਤੁਸੀਂ ਲੈ ਜਾਇਓ। ਪਰ ਵਿਸਾਖੀ ਵਾਲੇ ਦਿਨ ਕੁਦਰਤੀ ਰੱਬ ਵੱਲੋਂ ਹੀ 100 ਰੁਪਈਆ ਭੇਟਾ ਹੋਈ ਸਾਰੀ। ਸਤਿਗੁਰਾਂ ਨੇ ਸੰਧਿਆ ਦੇ ਵਕਤ ਦੋਵੇਂ ਭਰਾਵਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਵੀ ਇਹ ਭੇਟਾ ਲੈ ਜਾਓ। ਇਹਨਾਂ ਨੇ 100 ਰੁਪਈਆ ਲੈਣ ਤੋਂ ਇਨਕਾਰ ਕਰ ਦਿੱਤਾ। ਵੈਸੇ ਜੇ ਉਹ ਵੀ ਲੈ ਲੈਂਦੇ 100 ਰੁਪਈਆ ਤੇ ਕਹਿੰਦੇ ਮਹਾਰਾਜ ਵੀ ਕਿਰਪਾ ਕਰੋ, ਅਸੀਂ ਗਰੀਬ ਬੰਦੇ ਹਾਂ, ਵੀ ਚੜਾਵਾ ਤਾਂ ਵੇਖੋ ਥੋੜ੍ਹਾ ਹੋਇਆ ਹੈ, 100 ਰੁਪਈਏ ਨਾਲ ਸਾਡਾ ਕੰਮ ਨਹੀਂ ਹੋਣਾ, ਤੇ ਤੁਸੀਂ ਮਹਾਰਾਜ ਆਪਦੇ ਕੋਲੋਂ ਕੁਝ ਹੋਰ ਦੇ ਦਿਓ। ਤੇ ਮਹਾਰਾਜ ਨੇ ਦੇ ਕੇ ਤੇ ਨਾਲ ਪਿਆਰ ਵੀ ਕਰਨਾ ਸੀਗਾ, ਬਖਸ਼ਿਸ਼ਾਂ ਕਰਨੀਆਂ ਸੀਗੀਆਂ ਜੇ ਮੰਗ ਲੈਂਦੇ। ਤੇ ਪਰ ਇਹ ਕਹਿੰਦੇ ਵੀ ਆਪਾਂ ਤਾਂ ਨਹੀਂ ਲੈਣਾ, ਅਸੀਂ ਕੀ ਲੜਕੀ ਦਾ ਵਿਆਹ ਕਰਾਂਗੇ, ਕੀ ਖਾਵਾਂਗੇ, ਕੀ ਖਵਾਵਾਂਗੇ। ਸਤਿਗੁਰੂ ਜੀ ਤਾਂ ਉਹਨਾਂ ਦੇ ਗੁਣ ਦੀ ਕਦਰ ਕਰਦੇ ਸੀ। ਉਹ ਦੋਵੇਂ ਸਮਝ ਗਏ ਕਿ ਸਾਡੇ ਕੀਰਤਨ ਕਰਨ ਕਰਕੇ ਹੀ ਗੁਰੂ ਦਾ ਜਸ ਹੋ ਰਿਹਾ। ਸਤਿਗੁਰੂ ਜੀ ਤਾਂ ਸੰਸਾਰ 'ਚ ਭੈੜੀਆਂ ਰਸਮਾਂ ਨੂੰ ਰੋਕਣ ਵਾਲੇ ਕਦ ਪਸੰਦ ਕਰਦੇ ਸਨ, ਝੂਠੇ ਦਿਖਾਵੇ ਤੇ ਸੰਗਤਾਂ ਗੁਰੂ ਘਰ ਦਾ ਪਦਾਰਥ ਖਰਚ ਹੋਵੇ। ਜਿਸ ਤਰ੍ਹਾਂ ਅੱਜ ਕੱਲ੍ਹ ਲੱਖਾਂ ਦੇ ਹਿਸਾਬ ਨਾਲ ਪੈਲਸ ਬੁੱਕ ਹੁੰਦੇ ਨੇ, ਕੱਚਾਂ 'ਚ ਹੱਥ ਦੇ ਕੇ ਤੇ ਟਾਈ ਲਾ ਕੇ, ਪੈਂਟ ਕੋਟ ਪਾ ਕੇ, ਬੂਟ ਸੂਟ ਪਾ ਕੇ ਆਪਾਂ ਚਲੇ ਜਾਂਦੇ, ਮਾਲਕ ਬਣ ਗਏ। ਬਹਿਰੇ ਬੂਰੇ ਪਤਾ ਨਹੀਂ ਮੁਸਲਮਾਨ ਹੁੰਦੇ ਨੇ, ਪਤਾ ਨਹੀਂ ਉਹਨਾਂ ਹੱਥ ਧੋਤੇ ਵੀ ਹੁੰਦੇ ਕਿ ਨਹੀਂ। ਤੇ ਉਹ ਮੇਰੇ ਸਾਹਮਣੇ ਇੱਕ ਦੀ ਮੈਂ ਸ਼ਿਕਾਇਤ ਲਾਈ, ਮੈਂ ਕਿਹਾ ਬੀੜੀ ਪੀ ਰਿਹਾ। ਉਹਨੇ ਆ ਕੇ ਚਪੇੜਾਂ ਮਾਰੀਆਂ ਵੀ ਤੂੰ ਬੀੜੀ ਪੀਣਾ ਆ, ਦੱਸ, ਨਾਲੇ ਬਾਥਰੂਮ 'ਚ ਤੂੰ ਗੰਦ ਕਰ ਰਿਹਾ, ਤੇ ਨਾਲੇ ਇਹੀ ਹੱਥ ਉੱਥੇ ਲਾਏਗਾ ਜਾ ਕੇ। ਉਹ ਭਾਂਡੇ ਚੁੱਕਣ ਵਾਲੇ ਸੀਗੇ, ਵੇਸਟੇਜ ਤੋਂ ਸਭ ਗੰਦ ਮੰਦ ਵਰਤਦਾ। ਇਹਦੇ ਨਾਲੋਂ ਤਾਂ ਮੈਂ ਸੋਚਦਾ ਵੀ ਜਿਹੜਾ ਕੋਈ ਰੇਹੜੀ ਵਾਲਾ ਵਿਚਾਰਾ ਜਾਂ ਢਾਬੇ ਵਾਲਾ ਗਰੀਬ ਬੰਦੇ ਨੂੰ 4 ਪੈਸੇ ਦੇ ਕੇ ਉਹਦੇ ਕੋਲ ਕੁਝ ਖਾ ਲਓ, ਜਿਹੜਾ ਸਾਹਮਣੇ ਬਣਾ ਰਿਹਾ। ਆ ਜਿਹੜੇ 7 ਸਟਾਰ ਤੇ 5 ਸਟਾਰ ਤੇ ਵੱਡੇ ਵੱਡੇ ਆ ਜਿਹੜੇ ਰੈਸਟੋਰੈਂਟ ਨੇ, ਪੜਦੇ ਉਹਲੇ ਪਤਾ ਨਹੀਂ ਕੀ ਹੁੰਦਾ, ਕੀ ਵੱਢ ਟੁੱਕ ਕੇ ਖਵਾਈ ਜਾਣ, ਕੋਈ ਭਰੋਸਾ ਥੋੜ੍ਹਾ। ਆ ਜਿਹੜਾ ਨੌਨ ਵੈਜ ਹੈ, ਕੀ ਤਾਂ ਗਾਂ ਮਾਰ ਕੇ ਲਿਆਂਦੀ ਹੋਵੇ, ਮੱਝ ਮਾਰ ਕੇ, ਤੇ ਇਸ ਵਾਸਤੇ ਵੀ ਕੋਈ ਭਰੋਸਾ ਨਹੀਂ ਹੈ। ਪੈਸੇ ਦੀ ਬਰਬਾਦੀ ਹੋ ਰਹੀ ਹੈ। ਜਿੰਨਾ ਕੁਛ ਅਸੀਂ ਇਨਵਾਈਟ ਕਰਦੇ ਹਾਂ, ਜਿੰਨਾ ਕੁਛ ਬਣਾਉਂਦੇ ਹਾਂ, ਉਹਨਾਂ ਲੋਕ ਖਾਂਦੇ ਥੋੜ੍ਹੋ ਨੇ, ਅੱਧਾ ਵੇਸਟ ਹੁੰਦਾ, ਖੇ ਖਰਾਬ ਹੁੰਦਾ। ਤੇ ਇਸ ਲਈ ਆਹ ਲੋਕਡਾਊਨ ਦੇ ਵਿੱਚ ਤਾਂ ਬਹੁਤਾ ਹੀ ਭਲਾ ਹੋਇਆ। ਕਈ ਮੈਂ ਵੇਖੇ ਬੜੇ ਖੁਸ਼ ਆਏ ਗੁਰਦੁਆਰੇ, ਆਖੇ ਜੀ 4 ਕੁ ਬੰਦਿਆਂ ਨਹੀਂ ਤੇ ਥੋੜ੍ਹੇ ਪੈਸਿਆਂ ਨਹੀਂ ਸਭ ਕੁਛ ਹੋ ਗਿਆ। ਤੇ ਇਸ ਲਈ ਦੂਸਰਿਆਂ ਦਾ ਤਾਂ ਚੰਗਾ ਲੱਗਦਾ, ਜਦ ਆਪਦੇ ਸਿਰ ਤੇ ਪਏ ਫਿਰ ਪਤਾ ਲੱਗਦਾ ਵੀ ਕਿਸ ਤਰ੍ਹਾਂ ਹੁੰਦਾ ਹੈ। ਸਤਿਗੁਰੂ ਮਹਾਰਾਜ ਸੋਚਦੇ ਸੀਗੇ ਵੀ ਇੰਨਾ ਖਰਚੇ ਨਾ ਕਰਨ। ਕੁਦਰਤ ਰੱਬ ਵੱਲੋਂ ਹੀ ਸੰਗਤ ਦੀ ਮਾਇਆ ਖਰਚ ਹੁਣ ਬਚਾਉਣ ਵਾਸਤੇ ਪਰਮਾਤਮਾ ਨੇ 100 ਰੁਪਈਆ ਹੀ ਭੇਟਾ ਦਿੱਤੀ, ਤੇ ਉਹਨਾਂ ਨੂੰ ਬਹੁਤਾ ਪੈਸਾ ਨਾ ਮਿਲਿਆ ਤੇ ਉਹ ਤਿੜਕ ਹੋ ਗਏ। ਥੋੜ੍ਹੇ ਦਿਨ ਹੋਏ, ਸੱਤੇ ਬਲਵੰਡ ਵਰਗੇ ਗੁਣੀ ਵੀ ਦਲ ਦਰ ਰੋਲ ਰਹੇ ਸਨ, ਤੇ ਇਸ ਵੇਲੇ ਵੀ ਅਨੇਕਾਂ ਗਰੀਬ ਦੁੱਖ ਭਰ ਰਹੇ ਨੇ। ਜਿਸ ਧਨ ਨੂੰ ਸਤਿਗੁਰੂ ਜੀ ਦੁੱਖ ਦੂਰ ਕਰਨ ਲਈ, ਸੇਵਾ ਤੇ ਉਪਕਾਰ ਲਈ ਵਰਤਦੇ ਸੀ, ਉਹ ਧਨ ਥੋ ਸਿਰ ਲੱਗ ਰਿਹਾ ਸੀ। ਇਹਨਾਂ ਦੇ ਢੰਗ ਸਵਾਰਥ ਲਈ ਜਿੰਨਾ ਮੁਨਾਸਿਬ ਸੀ, ਇਹਨਾਂ ਨੂੰ ਰੱਬ ਨੇ ਦੇ ਦਿੱਤਾ। ਇਹਨਾਂ ਦੀ ਔਕਾਤ 100 ਰੁਪਈਏ ਦੀ ਸੀਗੀ, ਤੇ 100 ਰੁਪਈਆ ਮਹਾਰਾਜ ਨੇ ਦੇ ਦਿੱਤਾ। ਗੁਰੂ ਸਾਹਿਬ ਤਾਂ ਪਰਮਾਤਮਾ ਨੇ, ਇਹਨਾਂ ਨੂੰ ਤਾਂ ਭਾਵੇਂ ਕਰੋੜਾਂ ਅਰਬਾਂ ਰੁਪਈਆ ਵੀ ਤੁਸੀਂ ਦੇ ਦਿਓ ਤਾਂ ਬਰਬਾਦ ਨਹੀਂ ਹੋਊਗਾ, ਸਫਲ ਹੋਊਗਾ ਰੁਪਈਆ ਰੁਪਈਆ। ਕਿਉਂਕਿ ਇਹਨਾਂ ਨੇ ਸਰੋਵਰ ਬਣਾ ਦੇਣਾ, ਬੌਲੀ ਬਣਾ ਦੇਣੀ, ਲੰਗਰ ਚਲਾ ਦੇਣੇ, ਖੂਹ ਲਵਾ ਦੇਣਾ, ਬਾਗ ਲਵਾ ਦੇਣੇ। ਉਹਨਾਂ ਦੀ ਔਕਾਤ ਹੀ ਉਨੀ ਕੁ ਸੀਗੀ। ਉਹਨਾਂ ਭੰਗੜੇ ਭੁੰਗੜੇ ਪਾਉਣੇ ਸੀ, ਢੋਲ ਵਜਾਉਣਾ ਸੀਗਾ, ਤੇ ਰੱਬ ਨੇ 100 ਰੁਪਈਆ ਉਹਨਾਂ ਦੇ ਭਾਗਾਂ 'ਚ ਲਿਖਿਆ ਸੀਗਾ। ਗੱਲ ਤਾਂ ਭਾਗਾਂ ਦੀ ਆ। ਤੇ ਇਸ ਲਈ ਮਹਾਰਾਜ ਨੂੰ ਜਦ ਇਹਨਾਂ 100 ਰੁਪਈਆ ਸੁੱਟ ਦਿੱਤਾ, ਕਹਿੰਦੇ ਆਪਾਂ ਨਹੀਂ ਲੈਣਾ। ਮਾਰੇ ਕਹਿੰਦੇ ਗੁਰਮੁਖੋ ਧਨ ਨਾ ਮੋੜੋ,
ਆਪਣਾ ਕੰਮ ਕਰੋ, ਮੋੜਨਾ ਚੰਗਾ ਨਹੀਂ ਹੁੰਦਾ। ਇਹ 100 ਰੁਪਈਆ ਉਹਨਾਂ ਦਿਨਾਂ ਦੇ ਵਿੱਚ ਲੱਖਾਂ ਦੇ ਬਰਾਬਰ ਸੀਗਾ। ਕਹਿੰਦੇ ਤੁਹਾਡਾ ਕੰਮ ਸੋਹਣਾ ਹੋ ਜਾਏਗਾ। ਤੋ ਗੁਰੂ ਘਰ ਦਾ ਰੁਪਈਆ ਵੀ ਲੱਖ ਦੇ ਬਰਾਬਰ ਹੁੰਦਾ ਤੇ 100 ਤਾਂ 10 ਲੱਖ ਦੇ ਬਰਾਬਰ ਹੋਊਗਾ। ਤੁਹਾਡੀ ਉਦਾਰਤਾ ਕੀਰਤਨ ਵਿੱਚ ਹੈ, ਪ੍ਰੇਮਾ ਭਗਤੀ ਨਾਲ ਕਰੋ। ਜਸ ਦਾ ਦਾਤਾ ਵਾਹਿਗੁਰੂ ਆਪ ਹੈ। ਤੁਸੀਂ ਆਪ ਹੀ ਵਿਸਾਖੀ ਦੀ ਭੇਟਾ ਮੰਗੀ ਹੈ। ਅੱਜ ਤਾਂ ਪਹਿਲਾਂ ਹੀ ਕਿਹਾ ਸੀ ਪਰ ਤੁਸੀਂ ਮੰਨੇ ਨਹੀਂ। ਤੁਹਾਡੀ ਪ੍ਰਾਲਬਧੀ ਐਸੀ ਹੈ। ਇਹ ਸੁਣ ਕੇ ਦੋਵੇਂ ਭਰਾ ਕਹਿਣ ਲੱਗੇ ਤੁਸੀਂ ਸੰਗਤ ਨੂੰ ਮਾਇਆ ਚੜਾਉਣ ਤੋਂ ਰੋਕ ਦਿੱਤਾ ਕਿ ਅੱਜ ਭੇਟਾ ਮਰਾਸੀਆਂ ਨੂੰ ਦੇਣੀ ਹੈ, ਇਸ ਲਈ ਥੋੜ੍ਹੀ ਹਲਪੋ। ਸਤਿਗੁਰੂ ਜੀ ਕਹਿਣ ਲੱਗੇ ਬਹੁਤੀਆਂ ਗੱਲਾਂ ਨਹੀਂ ਕਰੀਦੀਆਂ ਤੇ ਸੰਕਲਪਾਂ ਵਿਕਲਪਾਂ 'ਚ ਆਪਦੇ ਮਨ ਨੂੰ ਨਾ ਰੋੜੋ। ਇਹ 100 ਰੁਪਈਆ ਲੈ ਲਓ। ਅਸੀਂ ਸੰਗਤ ਨੂੰ ਕਿਸੇ ਨੂੰ ਨਹੀਂ ਆਖਿਆ। ਜੇਕਰ ਹੋਰ ਚੀਜ਼ ਦੀ ਲੋੜ ਹੋਈ ਤਾਂ ਅਸੀਂ ਹਾਜ਼ਰ ਹਾਂ, ਉਹ ਵੀ ਭੇਜ ਦਿਆਂਗੇ। ਜਦ ਗੁਰੂ ਸਾਹਿਬ ਨੇ ਦੁਬਾਰਾ ਕਿਹਾ ਤਾਂ 100 ਰੁਪਈਆ ਤਾਂ ਨਾ ਲਿਆ, ਫੜ। ਪਰ ਮੂੰਹ ਆਪਦਾ ਵੱਟ ਲਿਆ। ਨਾਰਾਜ਼ ਹੋ ਕੇ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹੋਏ ਘਰ ਨੂੰ ਚਲੇ ਗਏ ਤੇ ਰੁੱਸ ਕੇ ਬਹਿ ਗਏ ਤੇ ਕਹਿਣ ਲੱਗੇ ਜੇ ਗੁਰੂ ਸਾਡੇ ਕੰਮ ਨਹੀਂ ਆਇਆ ਤਾਂ ਅਸਾਂ ਵੀ ਗੁਰੂ ਤੋਂ ਕੀ ਲੈਣਾ। ਅੱਜ ਤੋਂ ਅਸੀਂ ਗੁਰੂ ਦਰਬਾਰ 'ਚ ਜਾਣਾ ਹੀ ਨਹੀਂ, ਆਪਣੇ ਘਰ 'ਚ ਹੀ ਬੈਠਾਂਗੇ। ਗੁਰੂ ਆਪਣੀ ਪੂਜਾ ਕਰਾਉਣ ਵਾਸਤੇ ਆਪ ਬੈਠਦਾ, ਸੰਗਤਾਂ 'ਚ ਪ੍ਰੇਮ ਅਸੀਂ ਪੈਦਾ ਕਰਦੇ ਹਾਂ, ਸੰਗਤਾਂ ਨੂੰ ਗੁਰੂ ਵੱਲ ਅਸੀਂ ਖਿੱਚਦੇ ਹਾਂ ਤੇ ਪਦਾਰਥਾਂ ਨੂੰ ਆਕਰਖ ਕਰਦੇ ਹਾਂ। ਅਸੀਂ ਮਰੇ ਰਹਿੰਦੇ ਹਾਂ ਤੇ ਗੁਰੂ ਨੇ ਸਾਡੀ ਕੱਖ ਵੀ ਕਦਰ ਨਹੀਂ ਪਾਈ। ਹੁਣ ਵੇਖਾਂਗੇ ਜਦੋਂ ਗੁਰੂ ਗੁਰਿਆਈ ਕਰ ਲਵੇਗਾ, ਅਸੀਂ ਜਿਸ ਸੋਢੀ ਦੇ ਅੱਗੇ ਸਾਜ ਖੋਲਾਂਗੇ ਉਸੇ ਨੂੰ ਗੁਰੂ ਬਣਾ ਦਿਖਾਵਾਂਗੇ। ਇਸ ਤਰ੍ਹਾਂ ਦੇ ਅਪਮਾਨਜਨਕ ਤੇ ਹਉਮੈ ਵਾਲੇ ਬਚਨ ਕਹਿ ਕੇ ਘਰ ਬੈਠ ਗਏ। ਦੂਸਰੇ ਦਿਨ ਜਦ ਦੀਵਾਨ ਵਿੱਚ ਕੀਰਤਨ ਕਰਨ ਲਈ ਨਾ ਆਏ ਤਾਂ ਸੰਗਤਾਂ ਦਾ ਟਾਈਮ ਟੇਬਲ ਜਦ ਟੁੱਟ ਜਾਏ, ਸੰਗਤਾਂ ਮਹਿਸੂਸ ਕਰਦੀਆਂ ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਉਹਨਾਂ ਦੇ ਘਰ ਸੱਦਣ ਵਾਸਤੇ ਭੇਜਿਆ, ਪਰ ਉਹ ਫਿਰ ਨਾ ਆਏ। ਸਗੋਂ ਕਹਿਣ ਲੱਗੇ ਵੇਖਿਆ ਅੱਜ ਪਤਾ ਲੱਗਿਆ ਗੁਰੂ ਨੂੰ ਤੇ ਅੱਗੇ ਹੋਰ ਪਤਾ ਲੱਗੇਗਾ ਕਿ ਗੁਰੂ ਕੀ ਸੀ ਤੇ ਅਸੀਂ ਉਸ ਦੀ ਗੁਰਿਆਈ ਕਾਇਮ ਕਰਨ ਵਿੱਚ ਕੀ ਸੀ, ਕੀ ਰੋਲ ਨਿਭਾਇਆ। ਹੁਣ ਇਕੱਲੇ ਬੈਠੇ ਹੋਣਗੇ, ਸਿੱਖ ਕੋਈ ਆਇਆ ਨਹੀਂ ਹੋਣਾ। ਸਾਡੀ ਹੀ ਮਹਿਮਾ ਸੀ ਜਿਸ ਨੇ ਗੁਰੂ ਬਣਾ ਦਿੱਤਾ ਸੀ। ਅੱਜ ਮਹਿਮਾ ਕੌਣ ਕਰੇ ਤੇ ਗੁਰੂ ਕੌਣ ਬਣਾਏ। ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਗੁਰਮੁਖੋ ਇਹੋ ਜਿਹੇ ਅਪਮਾਨ ਤੇ ਹੰਗਤਾ ਵਾਲੇ ਬਚਨ ਸਰਬੱਗ ਅੰਤਰਜਾਮੀ ਗੁਰੂ ਨੂੰ ਨਹੀਂ ਕਹੀਦੇ। ਗੁਰੂ ਤੁਹਾਡੇ ਤੇ ਪ੍ਰਸੰਨ ਨੇ, ਇਸ ਗੱਲ ਦਾ ਲਾਭ ਉਠਾਓ, ਅਨਾਦਰ ਕਰਕੇ ਆਪਣਾ ਆਦਰ ਨਾ ਗਵਾਓ। ਇਹ ਸੁਣ ਕੇ ਵੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਤੇ ਭਾਈ ਗੁਰਦਾਸ ਜੀ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਆ ਸਕਦੇ। ਭਾਈ ਗੁਰਦਾਸ ਜੀ ਨੇ ਸਾਰੀ ਵਾਰਤਾ ਸਤਿਗੁਰਾਂ ਨੂੰ ਕਹਿ ਸੁਣਾਈ। ਖਿਮਾ ਸਰੂਪ ਸਤਿਗੁਰਾਂ ਨੇ ਆਪਣੇ ਪ੍ਰਤੀ ਅਪਮਾਨਜਨਕ ਸ਼ਬਦ ਸੁਣ ਕੇ ਕੁਝ ਨਹੀਂ ਆਖਿਆ। ਆਖਿਆ ਉਹ ਜਨੇ ਕੋਈ ਨਹੀਂ, ਜਿਸ ਤਰ੍ਹਾਂ ਦੇ ਬੰਦੇ ਦੀ ਔਕਾਤ ਉਸ ਤਰ੍ਹਾਂ ਦਾ ਹੀ ਬੋਲੂਗਾ, ਕੋਈ ਗੱਲ ਨਹੀਂ। ਸਗੋਂ ਮੁਸਕਰਾ ਕੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਤੁਸੀਂ ਸੱਤੇ ਤੇ ਰਾਏ ਬਲਵੰਡ ਨੂੰ ਬੁਲਾ ਕੇ ਲਿਆਓ। ਅਸੀਂ ਸ਼ਬਦ ਦੇ ਰਸੀਏ ਹਾਂ, ਸ਼ਬਦ ਦੇ ਰਸ ਬੰਨ੍ਹਣ ਵਾਲਿਆਂ ਨੂੰ ਮਨਾ ਕੇ ਲਿਆਓ। ਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਕਹਿਣ ਲੱਗੇ ਤੁਹਾਨੂੰ ਗੁਰਾਂ ਪ੍ਰਤੀ ਆਪਣੇ ਹਿਰਦੇ ਵਿੱਚ ਮਾਇਆ ਵਾਸਤੇ ਨਾਰਾਜ਼ਗੀ ਨਹੀਂ ਧਾਰਨ ਕਰਨੀ ਚਾਹੀਦੀ। ਚਲੋ ਜਿੰਨੀ ਤੁਸੀਂ ਕਹੋਗੇ ਉਤਨੀ ਤੁਹਾਨੂੰ ਮਾਇਆ ਦਿਵਾ ਦਿਆਂਗੇ। ਤੁਸੀਂ ਚੱਲ ਕੇ ਕੀਰਤਨ ਤਾਂ ਕਰੋ। ਗੁਰੂ ਨਾਨਕ ਦਾ ਖਜ਼ਾਨਾ ਅਟੁੱਟ ਹੈ, ਅਖੁੱਟ ਖਜ਼ਾਨਾ ਸਤਿਗੁਰੂ ਦੀਆ ਤੋਟ ਨਹੀਂ ਰੇ ਮੌਕੇ। ਮੈਂ ਤਾਂ ਇਹ ਗੱਲ ਸਮਝੀ ਹੈ ਵੀ ਸੰਗਤ ਦਾ ਜਿਹੜਾ ਖੁਸ਼ੀ ਨਾਲ ਜੇਬ ਚੋਂ ਕੱਢਿਆ ਰੁਪਈਆ ਹੈ ਉਹਦੇ ਵਿੱਚ 1 ਲੱਖ ਦੀ ਬਰਕਤ ਹੁੰਦੀ ਹੈ। ਤੇ ਜੇ ਕਿਸੇ ਨੂੰ ਠੱਗੀ ਮਾਰ ਕੇ ਅਗਲਾ ਗਾਲਾਂ ਕੱਢਦਾ ਦਊਗਾ ਵੀ ਇਹਨੇ ਮੇਰੇ ਕੋਲ ਬੇਈਮਾਨੀ ਨਾਲ ਲੈ ਲਿਆ, ਭਾਵੇਂ 1000 ਵੀ ਲੈ ਲਓ, ਜਦੋਂ ਉਹਦਾ ਮਨ ਦੁਖੀ ਹੋ ਕੇ ਤੁਹਾਨੂੰ ਦੇਊਗਾ ਉਹਦੀ ਧੇਲਾ ਵੀ ਕੀਮਤ ਨਹੀਂ ਪੈਣੀ, ਉਸ ਤਰ੍ਹਾਂ ਹੀ ਚੱਲ ਜਾਣਾ। ਤੋ ਮਹਾਰਾਜ ਦੇ ਪੈਸੇ 'ਚ ਬਰਕਤ ਹੁੰਦੀ ਹੈ। ਇਸ ਲਈ ਪੈਸੇ ਮੰਗਣ ਦੀ ਬਜਾਏ ਬਰਕਤ ਮੰਗਣੀ ਚਾਹੀਦੀ ਹੈ ਕਿ ਮਹਾਰਾਜ ਬਹੁਤਾ ਮਾਇਆ ਧੇਲਾ ਨਹੀਂ ਚਾਹੀਦਾ, ਸਾਨੂੰ ਮਾਇਆ ਦੀ ਬਰਕਤ ਬਖਸ਼ੋ ਜੀ। ਕੀ ਪਤਾ 100 ਦੇ ਵਿੱਚ ਕਿੰਨੀ ਬਰਕਤ ਸੀਗੀ, ਉਹਨਾਂ ਨੂੰ ਭਰੋਸਾ ਹੀ ਨਹੀਂ ਸੀ। ਕਹਿਣ ਲੱਗੇ ਸਾਰੇ ਕਾਰਜ ਕਰਨ ਵਾਲਾ ਪਰਮੇਸ਼ਰ ਹੈ, ਜਿਸ ਦਾ ਗੁਰੂ ਦੇ ਸਿਰ ਤੇ ਹੱਥ ਹੈ। ਤੁਸੀਂ ਗੁਰੂ ਜੀ ਨੂੰ ਕੇਵਲ ਸ਼ਬਦ ਕਰਕੇ ਚੰਗੇ ਲੱਗਦੇ ਹੋ, ਚੰਗਿਆਈ ਲੈ ਲਵੋ, ਹੰਕਾਰ ਕਰਕੇ ਆਪਣੇ ਬਣੇ ਹੋਏ ਸਤਿਕਾਰ ਦੀ ਹਾਨੀ ਨਾ ਕਰਾਓ। ਪਰ ਉਹਨਾਂ ਨੇ ਇੱਕ ਵੀ ਨਾ ਮੰਨੇ। ਸਗੋਂ ਅੱਗੋਂ ਦੋਵੇਂ ਭਰਾ ਕਹਿਣ ਲੱਗੇ ਕਿ ਜਿਸ ਖਜ਼ਾਨੇ ਨੂੰ ਟੁੱਟ ਕਹਿੰਦੇ ਹੋ, ਸਾਨੂੰ ਤਾਂ ਉਸ ਖਜ਼ਾਨੇ ਦਾ ਪਤਾ ਨਹੀਂ ਲੱਗਾ ਅੱਜ ਤੱਕ ਕਿ ਕਿੱਥੇ ਰੱਖਿਆ ਹੋਇਆ। ਅੱਜ ਤਾਂ ਕਦੀ ਵੇਖਿਆ ਨਹੀਂ। ਇੰਨੇ ਸਾਲ ਐਵੇਂ ਗਵਾ ਕੇ ਕੇਵਲ 100 ਰੁਪਈਆ ਹੀ ਪਾਇਆ।
ਹੁਣ ਅਸੀਂ ਐਸੇ ਗੁਰੂ ਦੇ ਕੋਲ ਨਹੀਂ ਜਾਵਾਂਗੇ, ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈਣ। ਸਦੋਂ ਸਾਰੀ ਵਾਰਤਾ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਕੋਲ ਆ ਕੇ ਦੱਸੀ, ਤਾਂ ਇਸ ਤਰ੍ਹਾਂ ਦੇ ਅਪਮਾਨ ਵਾਲੇ ਬਚਨ ਸੁਣ ਕੇ ਵੀ ਖਿਮਾ ਸਰੂਪ ਤੇ ਆਪਣਾ ਦੀਨ ਦਿਆਲ ਵਾਲਾ ਬਿਰਧ ਜਾਣ ਕੇ ਸਤਿਗੁਰੂ ਜੀ ਨੇ ਆਪ ਚੱਲਣ ਦੀ ਵਿਚਾਰ ਕੀਤੀ। ਜੋ ਸਤਿਗੁਰੂ ਜੀ ਜਗ ਤਾਰਨ ਵਾਸਤੇ ਆਏ ਨੇ, ਸ਼ਬਦ ਬ੍ਰਹਮ ਦਾ ਰੂਪ ਬਾਣੀ ਦੇ ਰਚਨਹਾਰ ਨੇ, ਐਸੇ ਸਤਿਗੁਰੂ ਜੀ ਆਪ ਰੁੱਸੇ ਹੋਏ ਕੀਰਤੀਆਂ ਨੂੰ ਮਨਾਉਣ ਲਈ ਚੱਲੇ। ਜਿਨ੍ਹਾਂ ਸਰੰਦਾ ਆਪ ਬਣਾਇਆ ਉਹਨਾਂ ਲਈ ਵਜਾਉਣਾ ਕਿੰਨਾ ਕੁ ਔਖਾ ਸੀਗਾ। ਤੁਸੀਂ ਸਾਰੇ ਜਾਣਦੇ ਹੋ, ਅੱਜ ਮਹਾਰਾਜ ਦਾ ਸ਼ਹੀਦੀ ਪੁਰਬ ਹੈ। ਗੁਰੂ ਸਾਹਿਬ ਦੇ ਕਿੰਨੇ ਪਰਉਪਕਾਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਪੋਥੀਆਂ ਬਾਬੇ ਮੋਹਣ ਕੋਲੋਂ ਲੈਣ ਲਈ ਜਦ ਗੁਰੂ ਸਾਹਿਬ ਆਪ ਗਏ ਤਾਂ ਮਹਾਰਾਜ ਨੇ ਸਰੰਦੇ ਨਾਲ ਇਹੋ ਜਿਹਾ ਸ਼ਬਦ ਪੜ੍ਹਿਆ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇੰਨਾ ਰਸ ਸੀਗਾ ਕੀਰਤਨ ਦੇ ਵਿੱਚ ਕਿ ਬਾਬਾ ਮੋਹਣ ਜਿਹੜਾ ਬਾਬੇ ਬੁੱਢੇ ਤੋਂ ਦਰਵਾਜ਼ਾ ਪੁੱਟਣ ਤੋਂ ਵੀ ਨਹੀਂ ਬਾਹਰ ਆਇਆ। ਭਾਈ ਗੁਰਦਾਸ ਆਵਾਜ਼ਾਂ ਮਾਰ ਮਾਰ ਹੰਮ ਗਿਆ, ਕਿਸੇ ਤੋਂ ਸਮਾਧੀ ਨਹੀਂ ਉਖੜੀ। ਉਹ ਕੀਰਤਨ ਸੁਣ ਕੇ ਵੇਖੋ ਪੋਥੀਆਂ ਲੈ ਕੇ ਬਾਹਰ ਆ ਗਿਆ। ਇੰਨਾ ਰਸ ਸੀ ਮਹਾਰਾਜ ਦੀ ਰਸਨਾ 'ਚ। ਪਰ ਗੁਰੂ ਸਾਹਿਬ ਤਾਂ ਪਿਆਰ ਕਰਦੇ ਸੀਗੇ, ਤੇ ਜਿਨ੍ਹਾਂ ਸਤਿਗੁਰਾਂ ਤੋਂ ਰਾਗ ਨੂੰ ਸਾਰਾ ਬਲ ਤੇ ਤਾਣ ਪ੍ਰਾਪਤ ਹੈ, ਉਹ ਫਿਰ ਵੀ ਤਰਲੇ ਮਾਰਨ ਗਏ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ, ਤੇ 30 ਰਾਗਾਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 30 ਰਾਗਾਂ 'ਚ ਇੱਕ ਰਾਗ ਤਾਂ ਇਕੱਲੇ ਨਾਵੇਂ ਪਾਤਸ਼ਾਹ ਜੀ ਦਾ ਹੀ ਹੈ। ਸੰਗਤ ਦੇ ਵਿੱਚ ਇਹ ਹੈਰਾਨੀ ਹੋਈ ਕਿ ਗੁਰੂ ਸਾਹਿਬ ਖੁਦ ਪਰਮਾਤਮਾ ਆਪ ਕਿਉਂ ਜਾਣ ਲੱਗੇ ਨੇ। ਜਿਨ੍ਹਾਂ ਦੇ ਅੰਦਰ ਮੈਂ ਮੇਰੀ ਦੀ ਫੇਰੀ ਨਹੀਂ ਹੈ, ਐਸੇ ਸਤਿਗੁਰਾਂ ਨੇ ਉਹਨਾਂ ਦੀ ਔਗਣਾਂ ਵੱਲ ਨਹੀਂ ਵੇਖਿਆ, ਸਗੋਂ ਉਹਨਾਂ ਦੇ ਗੁਣ ਨਾਲ ਪਿਆਰ ਕੀਤਾ। ਪਰ ਉਹ ਸਮਝਦੇ ਸੀ ਕਿ ਸਾਨੂੰ ਪ੍ਰੇਮ ਨਾਲ ਅਪਣਾ ਰਹੇ ਨੇ, ਕਿਉਂਕਿ ਗੁਰੂ ਨੂੰ ਸਾਡੇ ਤੱਕ ਗਰਜ ਹੈ, ਕੰਮ ਹੈ, ਆਪਣੀ ਵਡਿਆਈ ਕਰਾਉਣ ਦੀ ਇਹਨਾਂ ਦੇ ਮਨ 'ਚ ਇੱਛਾ ਹੈ, ਤੇ ਸਾਡੇ ਤੋਂ ਬਗੈਰ ਗੁਰੂ ਦਾ ਕੰਮ ਨਹੀਂ ਸਰਦਾ। ਇਸ ਕਰਕੇ ਆਪ ਗੁਰੂ ਸਾਡੇ ਵੱਲ ਆ ਰਹੇ ਨੇ। ਹੁਣ ਵਕਤ ਹੈ, ਅੜਕਾ ਡਾਹੋ ਤੇ ਤਨਖਾਹ ਦਿਓ, ਤੇ ਫਿਰ ਸਦਾ ਲਈ ਸਾਡਾ ਪਾਸਾ ਉੱਚਾ ਹੋ ਜਾਏਗਾ। ਜਿੰਨਾ ਫਿਰ ਪੈਸਾ ਮੰਗਾਂਗੇ ਉਹਨਾਂ ਦੇਣਗੇ। ਗੁਰੂ ਇੰਨਾ ਸਾਫ਼ ਹੋ ਕੇ ਸਾਡੇ ਨਾਲ ਚੱਲੇਗਾ ਕਿ ਮਨ ਮੰਨੇ ਮਨੋਰਥ ਪੂਰੇ ਸਿੱਧ ਕਰਾਇਆ ਕਰਾਂਗੇ। ਸਤਿਗੁਰੂ ਜੀ ਭਾਈ ਸਾਲੋ ਦੀ ਧਰਮਸਾਲ ਦੇ ਕੋਲ ਸੱਤੇ ਤੇ ਰਾਏ ਬਲਵੰਡ ਦੇ ਘਰ ਅੱਗੇ ਜਾ ਖੜੇ ਹੋਏ, ਪਰ ਉਹਨਾਂ ਦੋਹਾਂ ਦੀਆਂ ਲੋਥਾਂ ਜੀਵਨ ਗਿਆਨ ਦੇ ਸੂਰਜ ਗੁਰਾਂ ਦੇ ਅੱਗੇ ਆਦਰ ਕਰਨ ਨੂੰ ਨਹੀਂ ਉੱਠੀਆਂ। ਮਰਿਆਂ ਦੇ ਬਰਾਬਰ ਬੈਠੇ ਰਹੇ। ਉਹ ਦਾਤਾ ਸਤਿਗੁਰੂ ਸ਼ਬਦ ਦੇ ਅਰਥ ਤੇ ਪਿਆਰ ਦੇ ਕਾਰਨ ਆਦਰ ਕਰਨ ਆਇਆ, ਪਰ ਉਹਨਾਂ 'ਚ ਮਾਣ ਹੱਠ ਤੇ ਹੈਂਕੜ ਨੇ ਉਹਨਾਂ ਨੂੰ ਇਹਨਾਂ ਨਹੀਂ ਕਰਨ ਦਿੱਤਾ ਕਿ ਘੱਟ ਤੋਂ ਘੱਟ ਗੁਰੂ ਘਰ ਦੇ ਖਾਂਦੇ ਲੂਣ ਦੀ ਲਾਜ ਹੀ ਪਏ, ਤੇ ਸਤਿਗੁਰਾਂ ਦੇ ਸਤਿਕਾਰ ਲਈ ਜੀ ਆਇਆਂ ਹੀ ਕਹਿ ਦੇਣ। ਐਸੇ ਸਤਿਗੁਰੂ ਜੀ ਧੰਨ ਨੇ ਜਿਨ੍ਹਾਂ ਸਤਿਗੁਰਾਂ 'ਚ ਇੰਨੀ ਖਿਮਾ ਧੀਰਜ ਤੇ ਪਿਆਰ ਹੈ। ਸਤਿਗੁਰੂ ਜੀ ਨੇ ਬੜੇ ਪ੍ਰੇਮ ਨਾਲ ਕਿਹਾ ਕਿ ਹੇ ਸ਼ਬਦ ਦੇ ਸੇਵਕੋ, ਤੁਸੀਂ ਨਾਰਾਜ਼ ਕਿਉਂ ਹੋ ਗਏ? ਗੁਰਮੁਖੋ, ਦੀਵਾਨ ਵਿੱਚ ਅੱਜ ਸੰਗਤਾਂ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਕੀ ਪਦਾਰਥਾਂ ਪਿੱਛੇ ਕ੍ਰੋਧ ਕੀਤਾ? ਪਦਾਰਥ ਆਉਣ ਜਾਣ ਵਾਲੀ ਸ਼ੈ ਹੈ, ਜਿੰਨਾ ਪ੍ਰਾਲਬਧ ਅਨੁਸਾਰ ਤੁਹਾਨੂੰ ਮਿਲਿਆ ਇਹਦੇ ਨਾਲ ਆਪਦਾ ਕਾਰਜ ਕਰੋ। ਹੋਰ ਲੋੜ ਪਵੇਗੀ ਫਿਰ ਹੋਰ ਆ ਜਾਏਗਾ। ਇਉਂ ਇਹ ਤਾਂ ਤੁਰਦਾ ਫਿਰਦਾ ਗੇੜ ਹੈ। ਅੱਗੋਂ ਕ੍ਰੋਧ ਭਰੇ ਬਚਨਾਂ ਨਾਲ ਕਹਿਣ ਲੱਗੇ ਕਿ ਤੁਹਾਡੇ ਖਜ਼ਾਨੇ ਨਿੱਤ ਭਰੇ ਸੁਣੀਂਦੇ ਸਨ, ਪਰ ਉਹ ਖਜ਼ਾਨਾ ਵੇਖਿਆ ਵੀ ਕੋਈ ਵੀ ਨਹੀਂ ਹੈ, ਗੱਲਾਂ ਬਾਤਾਂ ਨਾਲ ਹੀ ਹੈ। ਬਰਤਨ ਹੀ ਮੁੱਧੇ ਰਹੇ, ਲੱਖਾਂ ਆਏ ਤੇ ਗਏ, ਟਿਕਿਆ ਕੱਖ ਵੀ ਨਾ। ਉਹ ਗੁਰੂ ਨਾਨਕ ਦਾ ਖਜ਼ਾਨਾ ਕਿਹੜੇ ਥਾਵਾਂ ਦੱਬਿਆ ਹੋਇਆ? ਅਸੀਂ ਹੁਣ ਕਿਸੇ ਹੋਰ ਥਾਂ ਨਿਵਾਸ ਕਰਾਂਗੇ, ਕਿਸੇ ਕਦਰ ਵਾਲੇ ਨੂੰ ਤਾਨਾ ਸੁਣਾਵਾਂਗੇ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਵਾਂਗੇ। ਜਿੰਨਾ ਚਿਰ ਤੁਹਾਡੇ ਕੋਲ ਰਹੇ ਆ, ਅਸੀਂ ਤਾਂ ਆਪਣੀ ਵਿਦਿਆ ਦਾ ਹੀ ਨਾਸ਼ ਕੀਤਾ ਹੈ। ਤੁਹਾਡਾ ਚੇਤਾ ਵਿਸਰ ਗਿਆ। ਵਰਿਆਂ ਬੱਧੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਨੇ ਜਾਣਿਆ ਸੀ? ਜਦੋਂ ਸਾਡੇ ਵੱਡੇ ਭਾਈ ਮਰਦਾਨੇ ਨੇ ਕੀਰਤਨ ਕੀਤਾ ਤਾਂ ਤੁਹਾਡੇ ਵੱਡੇ ਸਤਿਗੁਰਾਂ ਦਾ ਦੇਸ਼ਾਂ ਦੇਸ਼ਾਂਤਰਾਂ ਵਿੱਚ ਆਦਰ ਹੋਇਆ। ਇਸੇ ਤਰ੍ਹਾਂ ਤੁਹਾਡੇ ਵੱਡੇ ਸਤਿਗੁਰੂ ਅੰਗਦ ਦੇਵ ਜੀ ਨੂੰ ਭਾਈ ਦਾਨਾ ਜੀ ਨੇ ਪ੍ਰਗਟ ਕੀਤਾ। ਤੀਜੇ ਸਤਿਗੁਰਾਂ ਨੂੰ ਤੇ ਤੁਹਾਡੇ ਪਿਤਾ ਚੌਥੇ ਪਾਤਸ਼ਾਹ ਦੇ ਕੋਲ ਵੀ ਭਾਈ ਦਾਲਾ ਰਬਾਬੀ ਦਾ ਕੀਰਤਨ ਹੁੰਦਾ ਜਾਣਗੇ, ਸੰਗਤ ਆਉਂਦੀ ਸੀ। ਹੁਣ ਤੁਹਾਡਾ ਜਸ ਵੀ ਦੂਰ ਦੂਰ ਤੱਕ ਅਸੀਂ ਫੈਲਾਉਣ ਵਾਲੇ ਹਾਂ, ਪਰ ਤੁਸੀਂ ਸਾਡੀ ਕੋਈ ਵੀ ਕਦਰ ਨਹੀਂ ਕੀਤੀ। ਐਸੇ ਨਿੰਦਿਆ ਭਰੇ ਬਚਨ ਸੁਣ ਕੇ ਸਤਿਗੁਰੂ ਜੀ ਆਪਣੀ ਅਪਮਾਨਿਤਾ ਖਿਮਾ ਰੂਪ ਰਹੇ, ਪਰ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਆਦ ਚਾਰੇ ਗੁਰਾਂ ਦੀ ਇੰਨੀ ਚੁੱਭ ਵੀ ਨਿੰਦਿਆ ਆਪਣੀ ਅਨੰਨ ਭਗਤੀ ਦੀ ਮਰਿਆਦਾ ਦੇ ਉਲਟ ਦਿਸੀ। ਤੇ ਸਤਿਗੁਰੂ ਜੀ ਇਹ ਬਚਨ ਆ ਕੇ ਉਹਨਾਂ ਦੇ ਘਰੋਂ
ਨਾਰਾਜ਼ ਹੋ ਕੇ ਬਾਹਰ ਆ ਗਏ। ਬਚਨ ਕੀਤਾ, ਇਹ ਤਾਂ ਫਿੱਟ ਗਏ ਨੇ। ਭਾਵ ਜਿਸ ਮੁਖ ਨਾਲ ਬੇਦੀ ਕੁਲ ਦੇ ਸਤਿਗੁਰੂ ਜੀ ਦੀ ਨਿੰਦਿਆ ਕੀਤੀ ਹੈ, ਤੁਹਾਡਾ ਮੂੰਹ ਪੱਕ ਜਾਵੇਗਾ, ਤੁਹਾਡੀ ਦੇਹ ਫਿੱਟ ਜਾਵੇਗੀ, ਸਰੀਰ ਤੇ ਕੋੜ੍ਹ ਦਾ ਰੋਗ ਹੋ ਜਾਏਗਾ। ਅੱਜ ਤੋਂ ਕੋਈ ਵੀ ਸਿੱਖ ਤੁਹਾਨੂੰ ਮੂੰਹ ਨਹੀਂ ਲਾਵੇਗਾ। ਜੇ ਕੋਈ ਵੀ ਤੁਹਾਡੀ ਸਾਡੇ ਕੋਲ ਫਰਿਆਦ ਕਰੇਗਾ ਤਾਂ ਉਸ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਗਲੀ ਗਲੀ ਵਿੱਚ ਫੇਰਿਆ ਜਾਏਗਾ। ਇੰਜ ਸਤਿਗੁਰੂ ਜੀ ਬਖਸ਼ਿਸ਼ਾਂ ਕਰਨ ਗਏ, ਪਰ ਉਹਨਾਂ ਨੇ ਘਰੋਂ ਗੁਰੂ ਜੀ ਨੂੰ ਖਾਲੀ ਮੋੜ ਦਿੱਤਾ, ਆਪ ਵੀ ਖਾਲੀ ਰਹਿ ਗਏ। ਐਸੇ ਦੀਨ ਦਿਆਲ, ਪਰਉਪਕਾਰੀ, ਨਿਮਰਤਾ ਦੇ ਸੋਮੇ, ਦਇਆ ਦੇ ਖਜ਼ਾਨੇ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਪਾਵਨ ਸ਼ਹੀਦੀ ਗੁਰਪੁਰਬ ਥਾਂ ਥਾਂ ਤੇ ਪਿਆਰ ਵਾਲੀਆਂ ਸੰਗਤਾਂ ਸੋ ਬੜੇ ਸ਼ਰਧਾ ਉਤਸ਼ਾਹ ਨਾਲ ਮਨਾ ਰਹੀਆਂ ਨੇ। ਆਪ ਜੀ ਵੀ ਅੰਮ੍ਰਿਤ ਵੇਲੇ ਤੋਂ ਸ਼ਹੀਦਾਂ ਦੇ ਪਾਵਨ ਦਰਬਾਰ ਵਿੱਚ ਗੁਰੂ ਚਰਨਾਂ ਦੀ ਹਾਜ਼ਰੀ ਲਵਾ ਰਹੇ ਹੋ। ਸਾਹਿਬ ਤੁਹਾਡੀ ਹਾਜ਼ਰੀ ਆਪ ਦੇ ਚਰਨਾਂ 'ਚ ਪ੍ਰਮਾਣ ਕਰਨ। ਜਿਨ੍ਹਾਂ ਨੇ ਗੁਰਬਾਣੀ ਦੀ ਏਕਤਾ, ਅਖੰਡਤਾ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅੱਜ ਦੇ ਦਿਨ ਜੇਠ ਸੁਦੀ ਚੌਥ ਵਾਲੇ ਦਿਨ ਜਹਾਂਗੀਰ ਬਾਦਸ਼ਾਹ ਦੇ ਹੁਕਮ ਨਾਲ ਜਿਹੜਾ ਚੰਦੂ ਭੈੜਾ ਸੀਗਾ, ਉਹਦੀ ਹਵੇਲੀ ਦੇ ਵਿੱਚ ਤਤੀ ਤਵੀ ਤੇ ਸਾਧ ਸੰਗਤ ਜੀ ਸਾਰੀ ਦਿਹਾੜੀ ਬੈਠੇ ਰਹੇ। ਲਗਾਤਾਰ 5 ਦਿਨ ਤਸੀਹੇ ਚੱਲਦਿਆਂ ਹੋਇਆ ਤੇ ਰਾਵੀ ਦੇ ਕਿਨਾਰੇ ਤੇ ਦਰਿਆ ਵਿੱਚ ਇਸ਼ਨਾਨ ਕਰਨ ਉਪਰੰਤ ਇੱਕ ਜਪਜੀ ਸਾਹਿਬ ਦਾ ਆਪ ਪਾਠ ਕਰਕੇ ਤੇ 5 ਸਿੱਖ ਜਿਹੜੇ ਨਾਲ ਸੀ ਉਹਨਾਂ ਤੋਂ 5 ਜਪਜੀ ਸਾਹਿਬ ਦੇ ਪਾਠ ਸੁਣਨ ਕਰਕੇ ਚਾਦਰਾ ਲੈ ਕੇ ਪਰਲੋਕ ਗਮਨ ਕਰ ਗਏ। ਬਾਬਕ ਰਬਾਬੀ ਨੂੰ ਆਖਿਆ, ਭਾਈ ਸਾਡੇ ਕੋਲ ਕੀਰਤਨ ਕਰ। ਇੰਜ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਭਾਣਾ ਵਰਤਾਇਆ। ਉਸ ਸਥਾਨ ਦੇ ਗੁਰਦੁਆਰਾ ਸ੍ਰੀ ਟੇਰਾ ਸਾਹਿਬ ਮੌਜੂਦ ਹੈ, ਅੱਜ ਕੱਲ੍ਹ ਲਾਹੌਰ ਪਾਕਿਸਤਾਨ ਦੇ ਵਿੱਚ ਹੈ। ਸੰਗਤਾਂ ਦਰਸ਼ਨ ਮੇਲੇ ਪਾਉਂਦੀਆਂ ਨੇ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਆਓ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਹੰਕਾਰ ਤੋਂ ਬਚਾ ਕੇ ਨਿਮਰਤਾ ਦੀ ਦਾਤ ਦੇਣ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਸ ਵਾਰ ਦੀ ਕਥਾ ਸਾਧ ਸੰਗਤ ਜੀਓ ਕੱਲ ਪ੍ਰਾਰੰਭ ਕਰਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰੋ। ਰਾਮ ਕਲੀ